का खालसा वाहिगुरू जी की फतेह। जबर छत्र तख्तां दे मालक गुरता गदी नाशीन साहिब श्री गुरु ग्रंथ साहिब जियां दी पावन हजूरी विच बड़े ही अदब दे नाल आप जीगर बैठे हो। आओ इस समय में गुरु प्रेम दे विच सफला बनाइए। चल रहे पावन प्रसंगां दे विचों आप जी ने सरवण कीता सी पहले पातशाह गुरु नानक साहब सच्चे पातशाह जी सुल्तानपुर लोधी पुले उत्ते जगात ला के खड़ा खतरी जिस दे प्रथाए सतगुरां ने तो अमृत वचन उजागर कीते। गौ ब्राह्मण कौ कर लाभो गोबर कर्म न जाई धोती टिक्का तै जब माली धान मलेछां खाई। दूजा शब्द महला पहला मानस खाने करे निवाग छुरी वगायन तिन गल था। इन्हां अमृत वचनां द्वारा सतगुरां ने तर्क का उपदेश दिता है। जदों सतगुरां दे वचनां नूं खतरी ते ब्राह्मण ने सुनिया शर्मिंदे हो गए। गुरु नानक पातशाह जी के वचन सच का नवेड़ा है, खरा सच है। सच सबना का साझा हुंदा है, सच कदे किसी ते ला के नहीं बोलिया जाता। सतगुरां दे वचनां नूं सुन के समय का खतरी जो वसूल ला के खड़ा सी सिर नीवा करके खड़ा है, हुण बोलिया नहीं जाता जुबान तो। इतों तक आप जी ने सारे प्रकरणों नूं सरवण कीता है। आओ कुछ समा मन चित गतियां नूं एकाग्र चित बनाइए। पाओ प्रेम दी सांझ गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई सुन सतगुर ते तर्क समेता परयो चरण खतरी चित चेता। भाई बाला जी के पावन कथा गुरु अंगद देव साहिब जी नूं खडूर साहब के दरबार में सुना रहे। आखन लगे जिस वेले गुरु नानक साहब जी ने तर्क के वचन आखे, तर्क हमेशा पखंड ते हुंदा है, अंध विश्वास ते हुंदा है। सतगुरां दा कटाक्ष सी अंतलियां पंक्तियां दे विच कहो नानक सच ते आईए सोच होवे तां सच पाईए। पातशाह ने आखिया भाई सच ते आया करो, सच नूं जपिया करो। जे जीवन में सुचमता होएगी सच परमात्मा तां प्राप्त होना है, तां जीवन सचियारा होएगा। बाणी विच वचन किव सचियारा हुई है, किव कूड़ा टुटै पाल। सच्चे किवें बणीए ते झूठ दी कंध दीवार जीवन विचों टुटे किवें। मर्द जवाब दिंदे आ कहो नानक सच धियाईऐ सुच होवै तां सच पाईऐ। जे जीवन विच सुचम आएगी, जे मन में सुचमता होएगी तुसी तां सच दे पांधी बन सकते हो।
ਜਦੋਂ ਪਾਤਸ਼ਾਹ ਦੇ ਬਚਨਾਂ ਨੂੰ ਖੱਤਰੀ ਨੇ ਸੁਣਿਆ ਨਾ, ਅੱਖਾਂ ਨੀਵੀਆਂ ਤੇ ਨਮ ਹੋ ਗਈਆਂ। ਦੋਨੇ ਹੱਥ ਜੋੜ ਲਏ, ਆਪਣੇ ਕਰਮਾਂ ਤੇ ਆਪਣੀ ਜ਼ਿੰਦਗੀ ਤੇ ਅੱਜ ਪਛਤਾਤਾਪ ਹੁੰਦਾ ਏ। ਮੈਂ ਭੁੱਲੋਂ ਤੁਮ ਮਾਰਗ ਪਾਇਓ, ਧਨ ਲਾਲਚ ਤੇ ਚਿਤ ਬਿਰਮਾਇਓ। ਸਤਿਗੁਰਾਂ ਦੇ ਚਰਨਾਂ ਦੇ ਵਿੱਚ ਖੱਤਰੀ ਡਿੱਗ ਪਿਆ, ਸਿਰ ਰੱਖ ਕੇ ਚਰਨਾਂ ਤੇ ਕਹਿੰਦਾ ਲੰਮਿਆਂ ਪੈ ਕੇ ਡੰਡੌਤ ਕਰਕੇ, ਮਹਾਰਾਜ ਮੈਂ ਭੁੱਲ ਗਿਆ ਸੀ, ਤੁਸੀਂ ਮੈਨੂੰ ਸੱਚ ਦੇ ਮਾਰਗ ਪਾਇਆ, ਮੈਂ ਲਾਲਚ ਦੇ ਵਿੱਚ ਅੰਨਾ ਹੋਇਆ ਫਿਰਦਾ ਸੀ। ਜਦੋਂ ਮਨੁੱਖ ਲਾਲਚ ਵਿੱਚ ਅੰਨਾ ਹੁੰਦਾ, ਇਹਨੂੰ ਕਰਮ ਅਤੇ ਧਰਮ ਦੋਨਾਂ ਦੀ ਸੋਝੀ ਨਹੀਂ ਹੁੰਦੀ। ਕਰਮ ਮਾੜੇ ਕਰਦਾ ਹੈ, ਧਰਮ ਪਹਿਲਾਂ ਤੇ ਕਮਾਉਂਦਾ ਨਹੀਂ, ਜੇ ਕਿਤੇ ਧਰਮ ਦੇ ਨੇੜੇ ਆ ਗਿਆ ਤੇ ਧਰਮ ਦੀ ਆੜ ਚ ਪਖੰਡ ਕਰਦਾ। ਖੱਤਰੀ ਮਾਫੀ ਮੰਗਦਾ ਹੈ, ਮਹਾਰਾਜ ਮੈਨੂੰ ਬਖਸ਼ੋ, ਮੈਂ ਆਪਣੇ ਕੀਤੇ ਗੁਨਾਹਾਂ ਕਰਮਾਂ ਦੀ ਅੱਜ ਮਾਫੀ ਮੰਗਦਾ ਹਾਂ। ਏਰ ਕਿਰਪਾ ਕਰ ਨਾਮ ਦ੍ਰਿੜਾਵਾ, ਤਰਿਓ ਕਸ਼ਟ ਤੇ ਮੋਹ ਨਸਾਵਾ। ਉਸ ਵੇਲੇ ਸਤਿਗੁਰਾਂ ਤੋਂ ਬਾਰ-ਬਾਰ ਮਾਫੀਆਂ ਮੰਗਦਾ ਹੈ, ਬਾਰ-ਬਾਰ ਤਰਲੇ ਕਰਕੇ ਕਹਿੰਦਾ ਮਹਾਰਾਜ ਮੈਨੂੰ ਬਖਸ਼ ਲਓ, ਮੇਰੇ ਤੇ ਕਿਰਪਾ ਕਰੋ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ ਉਸ ਖੱਤਰੀ ਨੂੰ, ਜੀਵਨ ਦਾ ਉਧਾਰ ਕੀਤਾ ਹੈ। ਪਾਤਸ਼ਾਹ ਕਹਿੰਦੇ ਨਾਮ ਜਪ, ਬੇਸ਼ੱਕ ਤੂੰ ਜਿਹੜੇ ਧਰਮ ਨਾਲ ਜੁੜਿਆ ਉਸੇ ਧਰਮ ਨੂੰ ਨਿਭਾ। ਇਹ ਨਹੀਂ ਗੁਰੂ ਸਾਹਿਬ ਨੇ ਕਿਹਾ ਮੇਰਾ ਸਿੱਖ ਬਣ ਜਾ, ਤੂੰ ਹਿੰਦੂ ਧਰਮ ਛੱਡ ਦੇ। ਮਰਦ ਕਹਿੰਦੇ ਸੱਚ ਤੇ ਸੁੱਚ ਪਾਈ, ਦੋਨਾਂ ਨੂੰ ਇਕੱਤਰ ਰੱਖੀ, ਧਰਮ ਦੇ ਨਾਂ ਤੇ ਪਖੰਡ ਨਾ ਕਰੀ। ਖੱਤਰੀ ਨੇ ਮਰਦ ਦਾ ਉਪਦੇਸ਼ ਮੰਨਿਆ, ਚਰਨਾਂ ਤੇ ਸੀਸ ਰੱਖਿਆ, ਸਿੱਖੀ ਧਾਰਨ ਕਰੀ, ਸਿੱਖੀ ਭਾਵ ਸਿੱਖਿਆ। ਗੁਰੂ ਨਾਨਕ ਸਾਹਿਬ ਦੀ ਸਿੱਖਿਆ ਆਪਣੇ ਹਿਰਦੇ ਵਿੱਚ ਵਸਾ ਲਈ। ਮਰਦ ਕਹਿੰਦੇ ਨਾਮ ਜਪਣ ਦੀ ਜੁਗਤ ਸਿੱਖ, ਨਾਮ ਧਨ ਇਕੱਠਾ ਕਰ, ਕਿਉਂ ਕੱਚਾ ਧਨ ਇਕੱਠਾ ਕਰੀ ਫਿਰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਲਿਖਿਆ ਕਾਚਾ ਧਨ ਸੰਚੈ ਹੈ, ਮੂਰਖ ਦਾ ਵਾਰ। ਕਹਿੰਦੇ ਆ ਜਿਹੜਾ ਕੱਚਾ ਧਨ ਦੁਨੀਆ ਦਾ ਇਕੱਠਾ ਕਰਦਾ ਫਿਰਦਾ, ਇਹ ਮੂਰਖ ਹੈ, ਇਹ ਗਵਾਰ ਹੈ। ਕਿਉਂ? ਵਿਖਿਆ ਕੈ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਵਿਖਿਆ ਇਹ ਵਿਸ਼ਿਆਂ ਦਾ ਧਨ, ਪਾਪਾਂ ਦਾ ਧਨ। ਕਹਿੰਦੇ ਪਹਿਲਾਂ ਤੇ ਸਾਰਾ ਇਕੱਠਾ ਨਹੀਂ ਹੁੰਦਾ, ਜੇ ਇਕੱਠਾ ਹੋ ਜੇ ਜਿਉਂਦੇ ਜੀ ਸੁੱਖ ਨਹੀਂ ਦਿੰਦਾ, ਜੇ ਕਿਸੇ ਨੂੰ ਸੁੱਖ ਮਿਲ ਵੀ ਗਿਆ ਤੇ ਨਾਲ ਨਹੀਂ ਜਾਂਦਾ। ਮਰਦ ਕਹਿੰਦੇ ਦੁੱਖਦਾਈ। ਖੱਤਰੀ ਨੇ ਆਪਣੇ ਕਰਮਾਂ ਦੀ ਤੋਬਾ ਕੀਤੀ ਤੇ ਸਾਹਮਣੇ ਖੜਿਆ ਬ੍ਰਾਹਮਣ, ਜਿਹਨੂੰ ਲੱਗਦਾ ਸੀ ਮੈਂ ਗਊ ਦੇ ਨਾਂ ਤੇ ਇਸ ਪੁਲ ਨੂੰ ਪਾਰ ਕਰ ਜਾਵਾਂਗਾ, ਮੈਨੂੰ ਵਸੂਲ ਨਹੀਂ ਦਿੱਤਾ ਜਾਣਾ। ਮਰਦ ਕਹਿੰਦੇ ਤੂੰ ਵੀ ਧਰਮ ਵੇਚ ਰਿਹਾ, ਗਾਂ ਤੇਰੇ ਧਰਮ ਦਾ ਪ੍ਰਤੀਕ ਹੈ, ਤੂੰ ਖੱਤਰੀ ਨੂੰ ਕਹਿਣ ਲੱਗਾ ਗਾਂ ਤੇ ਜਾਣ ਦੇ, ਇਹ ਤੇ ਧਰਮ ਦੀ ਮਾਂ ਹੈ। ਸਤਿਗੁਰ ਕਹਿੰਦੇ ਧਰਮ ਵੇਚਣ ਵਾਲਿਆ ਪਖੰਡ ਤੂੰ ਵੀ ਕਰਨਾ, ਤੂੰ ਵੀ ਸੱਚ ਨਹੀਂ ਪਛਾਣਦਾ। ਦੋਨਾਂ ਨੇ ਸਤਿਗੁਰਾਂ ਤੋਂ ਮਾਫੀ ਮੰਗੀ ਹੈ। ਮਾਫੀ ਕਿਉਂ ਮੰਗੀ? ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਸ਼ੀਸ਼ਾ ਵਿਖਾ। ਜਦ ਵੇਖਿਆ ਸਾਡੇ ਵਿੱਚ ਔਗਣ ਬੜੇ ਆ, ਐਬ ਬੜੇ ਆ, ਚਰਨੀ ਡਿੱਗ ਡਿੱਗ ਮਾਫੀਆਂ ਮੰਗਦੇ ਨੇ। ਮਰਦ ਨੇ ਉਪਦੇਸ਼ ਬਖਸ਼ਿਸ਼ ਕੀਤਾ ਤੇ ਜਦੋਂ ਸੱਚ ਦਾ ਉਪਦੇਸ਼ ਜੀਵਨ ਵਿੱਚ ਆਇਆ, ਜੀਵਨ ਸਚਿਆਰ ਹੋ ਗਿਆ। ਬੋਹਰ ਗਏ ਉਧਿਆਣ ਮਜਾਰਾ, ਬੈਸੀ ਤਹਿ ਜਗ ਗੁਰੂ ਕਰਤਾਰਾ। ਭਾਈ ਬਾਲਾ ਜੀ ਆਖਦੇ ਆ ਗੁਰੂ ਅੰਗਦ ਦੇ ਬਾਦਸ਼ਾਹ, ਇਸ ਖੱਤਰੀ ਤੇ ਬ੍ਰਾਹਮਣ ਨੂੰ ਉਪਦੇਸ਼ ਦੇ ਕੇ ਗੁਰੂ ਸਾਹਿਬ ਸਿੱਧਾ ਜੰਗਲਾਂ ਨੂੰ ਆ ਗਏ। ਅੰਮ੍ਰਿਤ ਵੇਲੇ ਘਰੋਂ ਨਿਕਲੇ ਆ, ਵੇਈ ਨਦੀ ਤੇ ਚੁੱਭੀ ਲਾਈ ਹੈ, ਫਿਰ ਸਤਿਗੁਰ ਮੁੜ ਘਰ ਨਹੀਂ ਆਏ। ਖੱਤਰੀ ਨੂੰ ਉਪਦੇਸ਼ ਦਿੱਤਾ, ਰੱਬ ਨਾਲ ਜੋੜਤਾ। ਰੱਬ ਕੌਣ ਹੈ? ਸੱਚ। ਇਹ ਸੱਚ ਨਹੀਂ ਜੋ ਮੈਂ ਬੋਲਦਾ ਜਾਂ ਤੁਸੀਂ ਬੋਲਦੇ ਹੋ, ਸਾਡਾ ਸੱਚ ਹੋ ਸਕਦਾ ਹੈ ਅੱਜ ਸੱਚ ਤੇ ਕੱਲ੍ਹ ਨੂੰ ਕਿਸੇ ਸਾਹਮਣੇ ਝੂਠ ਸਾਬਤ ਹੋ। ਅਸੀਂ ਤੇ ਆਪਣੇ ਸੱਚ ਪਿੱਛੇ ਲੜਦੇ ਫਿਰਦੇ ਆ ਨਾ, ਵੀ ਮੈਂ ਸੱਚਾ ਬੰਦਾ, ਮੈਂ ਹਮੇਸ਼ਾ ਸੱਚ ਬੋਲਦਾ। ਹੋ ਸਕਦਾ ਹੈ ਮੈਂ ਜਿਹੜੀ ਚੀਜ਼ ਨੂੰ ਸੱਚੀ ਮੰਨਦਾ ਹੋਵਾਂ ਤੇ ਉਹ ਚੀਜ਼ ਸੱਚੀ ਨਾ ਹੋਵੇ, ਕਿਉਂਕਿ ਸਾਡਾ ਸੱਚ ਦੁਨਿਆਵੀ ਤਲ ਦਾ ਹੈ, ਦੁਨਿਆਵੀ ਵਿਰਦੀ ਦਾ ਹੈ। ਗੁਰੂ ਸਾਹਿਬ ਕਿਸ ਸੱਚ ਦੀ ਗੱਲ ਕਰਦੇ ਆ? ਉਹ ਸੱਚ ਪਰਮਾਤਮਾ ਜਿਹਨੂੰ ਸਤ ਪੁਰਖ ਕਿਹਾ ਜਾਂਦਾ ਹੈ, ਜਿਹਨੂੰ ਸਤ ਨਾਮ ਕਿਹਾ ਜਾਂਦਾ ਹੈ, ਕਿਉਂਕਿ ਸਤ ਦਾ ਅਰਥ ਹੈ ਸੱਚ ਤੇ ਸੱਚ ਹੈ ਪਰਮੇਸ਼ਵਰ, ਜਿਹੜਾ ਕਦੇ ਮਰਦਾ ਨਹੀਂ, ਜੋ ਕਦੇ ਜੰਮਦਾ ਨਹੀਂ,
ਉਹ ਸੱਚ ਨਾਮ ਕੌਣ ਹੈ? ਨਿਰਭਉ ਅਤੇ ਨਿਰਵੈਰ ਹੈ, ਅਜੂਨੀ ਹੈ। ਜਦ ਕਹਿੰਦੇ ਸੱਚ ਦੀ ਸੇਧ ਮਿਲ ਗਈ, ਖੱਤਰੀ ਘਰ ਆਇਆ, ਧਰਮ ਆਪਣਾ ਕਮਾਉਂਦਾ, ਪਰ ਉਹਨੇ ਮਲੇਸ਼ ਭਾਖਿਆ ਗਹੀ ਛੱਡ ਦਿੱਤੀ ਹੈ। ਹੁਣ ਮਲੇਸ਼ਾਂ ਦੇ ਦਰਬਾਰ ਵਿੱਚ ਮਾੜੇ ਪਕਵਾਨ ਨਹੀਂ ਖਾਂਦੇ, ਮਲੇਸ਼ਾਂ ਦੇ ਕੋਲ ਬਹਿ ਕੇ ਉਹ ਤਗਮੇ ਨਹੀਂ ਲੈਂਦੇ। ਹੁਣ ਸੱਚ ਦੇ ਪਾਂਧੀ ਹੋ ਗਏ ਤੇ ਸੱਚ ਦੇ ਰਾਹ ਤੇ ਚੱਲਦੇ ਆ। ਕਰਮ, ਕਾਂਡ, ਈਰਖਾ, ਭਰਮ ਜੀਵਨ ਚੋਂ ਵਿਸਾਰ। ਭਾਈ ਬਾਲਾ ਜੀ ਕਹਿੰਦੇ ਮੈਂ ਸਤਿਗੁਰਾਂ ਦੇ ਨਾਲ ਨਾਲ ਚੱਲਿਆ। ਗੁਰੂ ਸਾਹਿਬ ਅੱਗੇ ਰਹਿੰਦੇ ਸੀ ਸ਼ਮਸ਼ਾਨ ਭੂਮੀ 'ਚ, ਕਬਰਸਤਾਨਾਂ ਵਿੱਚ। ਅੱਜ ਗੁਰੂ ਨਾਨਕ ਸਾਹਿਬ ਜੰਗਲ 'ਚ ਆਣ ਗਏ। ਇੰਨਾ ਸੰਘਣਾ ਜੰਗਲ ਜਿੱਥੋਂ ਦੀ ਕੋਈ ਪਗਡੰਡੀ ਨਹੀਂ ਸੀ। ਅੱਗੇ ਰਾਹ ਨਾ ਪਿੰਡਾਂ ਦੇ ਜੰਗਲਾਂ ਵਿੱਚੋਂ ਜਾਂਦੇ ਹੁੰਦੇ ਸੀ, ਗੱਡਿਆਂ ਦੇ ਨਾਲ ਲੀਹਾਂ ਬਣੀਆਂ ਹੁੰਦੀਆਂ ਸੀ, ਉਹਨਾਂ ਲੀਹਾਂ ਤੋਂ ਹੀ ਲੋਕਾਂ ਨੇ ਲੰਘਣਾ। ਪਰ ਸਤਿਗੁਰ ਦੀ ਦੁਨੀਆ ਦੀ ਵਸੋਂ ਤੋਂ, ਆਬਾਦੀ ਤੋਂ ਦੂਰ ਜਾ ਕੇ ਜੰਗਲਾਂ ਵਿੱਚ ਗਏ, ਇਬਾਦਤ ਕਰਦੇ ਆ। ਦਿਨ ਹੋਵੇ ਰਾਤ ਹੋਵੇ, ਕਦੇ ਘਰ ਮੁੜ ਕੇ ਆਉਂਦੇ ਨਹੀਂ। ਦੋਹਰਾ ਪੁਨਪੁਰ ਬਰੇ ਨਾਇਕੈ, ਬਾਹਰ ਬਾਸਰ ਰੈਨ, ਸਮਾਂ ਬੀਤਾਵਹਿ ਸਤਿਗੁਰੂ, ਸ੍ਰੀ ਅੰਗਦ ਸੁਣ ਬੈਨ। ਇਹ ਬਚਨ ਸੁਣਾਉਂਦੇ ਸੁਣਾਉਂਦੇ ਭਾਈ ਬਾਲਾ ਜੀ ਭਾਵੁਕ ਹੋ ਗਏ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੁੜ ਕਦੇ ਵੀ ਇਹਨਾਂ ਦਿਨਾਂ ਦੇ ਵਿੱਚ ਵਾਪਸ ਘਰ ਨਹੀਂ ਆਏ। ਭਾਵੇਂ ਕਿ ਸਤਿਗੁਰਾਂ ਦੇ ਸੱਸ ਤੇ ਸਹੁਰਾ ਸਾਹਿਬ ਘਰ ਨੇ ਆਏ ਹੋਏ ਨੇ, ਪਰ ਗੁਰੂ ਸਾਹਿਬ ਨਹੀਂ ਆਉਂਦੇ। ਦਿਨ ਹੋਵੇ ਰਾਤ ਹੋਵੇ, ਰਹਿੰਦੇ ਪਾਤਸ਼ਾਹ ਜੰਗਲਾਂ 'ਚ ਨੇ, ਜੰਗਲ ਵਿੱਚ ਹੀ ਚੌਂਕੜਾ ਲੱਗੇ। ਹੁਣ ਰਾਤ ਦਾ ਸਮਾਂ ਮੱਛਰ ਹੁੰਦਾ, ਕੀਟ ਪਤੰਗੇ ਹੁੰਦੇ ਨੇ ਜੰਗਲਾਂ ਦੇ ਵਿੱਚ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਇਹਨਾਂ ਜੰਗਲਾਂ ਤੋਂ ਬਾਹਰ ਨਹੀਂ ਜਾਂਦੇ, ਚੁੱਪ ਰਹਿੰਦੇ ਆ, ਬੇਪਰਵਾਹ ਰਹਿੰਦੇ ਆ। ਰਾਤਾਂ ਬਤੀਤ ਹੋਈਆਂ, ਦਿਨ ਬਤੀਤ ਹੋਏ, ਲੰਮਾ ਸਮਾਂ ਲੰਘਦਾ ਗਿਆ। ਕਦੇ ਸਤਿਗੁਰਾਂ ਨੇ ਘਰ ਯਾਦ ਨਹੀਂ ਕੀਤਾ। ਭੋਜਨ ਮਿਲ ਗਿਆ ਸ਼ਾਮੀ, ਨਹੀਂ ਮਿਲਿਆ ਤਾਂ ਵੀ ਆਨੰਦ ਹੈ। ਤੇ ਭਾਈ ਬਾਲਾ ਜੀ ਸਤਿਗੁਰਾਂ ਵਾਸਤੇ ਭੋਜਨ ਲੈ ਆਉਂਦੇ ਆ, ਪ੍ਰੇਮ ਕਰਦੇ ਆ। ਕਦੇ ਕਦਾਈ ਗੁਰੂ ਸਾਹਿਬ ਕੋਲ ਰਹਿ ਆਉਂਦੇ ਆ ਤੇ ਕਦੇ ਕਦਾਈ ਵਾਪਸ ਆ ਜਾਂਦੇ ਆ ਲੰਗਰ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜਿੱਥੇ ਬੈਠੇ ਨੇ ਉੱਥੇ ਬੈਠੇ ਰਹਿੰਦੇ ਨੇ। ਚੌਪਈ ਬਲ ਬਰੰਤ ਬਹੋਰੋ ਮੂਲਾ, ਲਖਤ ਨ ਭੇਦ ਭਰਮ ਮੇ ਭੂਲਾ। ਹੁਣ ਜਦੋਂ ਸਤਿਗੁਰ ਕਈ ਦਿਨ ਘਰ ਨਾ ਆਏ, ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਬਹੁਤ ਦੁਖੀ ਨੇ। ਦੁਖੀ ਕਿਉਂ ਨੇ? ਕਹਿੰਦੇ ਭਰਮ ਵਿੱਚ, ਭਰਮ ਵਹਿਮ ਦੁਖੀ ਰੱਖਦਾ। ਕਿਸੇ ਬੰਦੇ ਤੇ ਭਰਮ ਕਰ ਲਓ, ਕਿਸੇ ਵਸਤੂ ਵਿਸ਼ੇਸ਼ ਤੇ ਵਹਿਮ ਕਰ ਲਓ, ਆਪਣੇ ਸੁਭਾਅ 'ਚ ਵਹਿਮ ਲੈ ਆਓ, ਸੁੱਖ ਦੀ ਨੀਂਦ ਨਹੀਂ ਸੌ ਸਕਦੇ। ਮੂਲ ਚੰਦ ਜੀ ਦੇ ਮਨ ਵਿੱਚ ਭਰਮ ਕਿਹਦੇ ਲਈ ਹੈ? ਰੱਬ ਲਈ, ਗੁਰੂ ਨਾਨਕ ਸਾਹਿਬ ਲਈ। ਕਹਿੰਦੇ ਉਹਨਾਂ ਦਾ ਭਰਮ ਹੀ ਉਹਨਾਂ ਨੂੰ ਹਰ ਵੇਲੇ ਦੁਖੀ ਕਰਦਾ ਹੈ, ਹਰ ਵੇਲੇ ਸਤਾਉਂਦਾ ਹੈ। ਇਸ ਭਰਮ ਕਰਕੇ ਉਹ ਕਦੇ ਗੁਰੂ ਨਾਨਕ ਸਾਹਿਬ ਨੂੰ ਸਮਝ ਨਹੀਂ ਸਕਦੇ। ਭਰਮ ਦੁਖੀ ਕਰਦਾ ਹਰ ਵੇਲੇ, ਰਾਤਾਂ ਨੂੰ ਸੌਂਦੇ ਨਹੀਂ। ਆਖਦੇ ਆ ਨਾਨਕ ਜੀ ਨੇ ਸਾਡਾ ਟੱਬਰ ਪਰੇਸ਼ਾਨ ਕੀਤਾ। ਇਹ ਕਿਹੜਿਆਂ ਰੰਗਾਂ 'ਚ ਰੰਗੇ ਹੋਏ ਹੈ? ਗ੍ਰਸਤੀ ਨੇ, ਫਿਰਦੇ ਜੰਗਲਾਂ ਵਿੱਚ ਹਨ। ਭਇਓ ਤਿਆਰ ਚਲਨ ਨਿਜ ਨਗਰਾ, ਸਦਨ ਸਭਰਨ ਕਾਰਜ ਸਗਰਾ। ਆਖਰਕਾਰ ਜਦੋਂ 15-20 ਦਿਨ ਮੂਲ ਚੰਦ ਜੀ ਨੇ ਰਹਿ ਕੇ ਵੇਖਿਆ ਵੀ ਸੱਚਮੁੱਚ ਮੇਰੀ ਧੀ ਦੁਖੀ ਹੈ। ਜਿਸ ਪੁਰਸ਼ ਨੇ ਕਦੇ ਘਰ ਹੀ ਨਹੀਂ ਆਉਣਾ, ਦੁਨਿਆਵੀ ਪਤਾ, ਕਦੇ ਘਰ ਆ ਕੇ ਬਹਿਣਾ ਨਹੀਂ, ਕਦੇ ਬੱਚਿਆਂ ਦਾ ਹਾਲ ਨਹੀਂ ਪੁੱਛਣਾ, ਤੇ ਉੱਥੇ ਬੱਚਿਆਂ ਦੀ ਜ਼ਿੰਦਗੀ ਕਾਹਦੀ ਹੈ? ਮੂਲ ਚੰਦ ਆਪਣੀ ਪਤਨੀ ਚੰਦੋ ਰਾਣੀ ਨੂੰ ਆਖਣ ਲੱਗੇ, ਕਹਿੰਦੇ ਭਾਗਾਂ ਵਾਲੀਏ ਚੱਲ ਪਿੰਡ ਚੱਲੀਏ, ਕੁਛ ਨਹੀਂ ਹੈ ਸਿਵਾ ਦੁੱਖਾਂ ਤੋਂ, ਇੱਥੇ ਕੁਝ ਪ੍ਰਾਪਤ ਹੋਣਾ ਨਹੀਂ। ਆਨਨ ਸੋ ਇਬ ਗਿਰਾ ਉਚਾਰੇ, ਸੁਣੋ ਸਲਖਣੀ ਸੁਤਾ ਹਮਾਰੀ। ਤੇ ਉਸ ਵੇਲੇ ਸਤਿਗੁਰਾਂ ਦੀ ਸੱਸ ਮਾਂ ਚੰਦੋ ਰਾਣੀ ਆਖਣ ਲੱਗੀ, ਪਤੀ ਦੇਵ ਜੀ ਆਪਾਂ ਤੇ ਚਲੇ ਜਾਵਾਂਗੇ, ਸਾਡਾ ਤੇ ਛੁੱਟ ਜਾਏਗਾ ਖਹਿੜਾ, ਪਰ ਧੀ ਤੇ ਸਾਡੀ ਦੁਖੀ ਹੈ, ਉਹਦਾ ਸੁਖੀ ਨਹੀਂ ਨਾ ਹੋਈ, ਇਹਨੂੰ ਛੱਡ ਕੇ ਮੈਂ ਨਹੀਂ ਜਾਣਾ। ਮਾਂ ਕਹਿੰਦੀ ਅੱਖਾਂ ਭਰ ਕੇ
ਧੀ ਮੇਰੀ ਪੁੱਤਰੀ ਮੇਰੀ ਦੁਖੀ ਹੋਵੇ ਤੇ ਮੈਂ ਛੱਡ ਕੇ ਚਲੀ ਜਾਵਾਂ। ਤੇ ਮੂਲ ਚੰਦ ਦਲਾਸਾ ਦੇ ਕੇ ਆਖਣ ਲੱਗੇ ਆਪਣੀ ਧੀ ਕੋਲ ਆ ਕੇ, ਚੱਲ ਪੁੱਤ ਸੁਲੱਖਣੀ, ਇੱਥੇ ਵੀ ਕੀ ਹੈ, ਪਿੰਡ ਚੱਲ ਸਾਡੇ, ਛੱਡ ਦੇ ਘਰ। ਇਹ ਫੈਸਲਾ ਕਦੋਂ ਲਿਆ? ਅੱਕ ਕੇ ਲਿਆ। ਹੁਣ ਸੋਚੋ, ਮੂਲ ਚੰਦ ਰੱਬ ਤੋਂ ਕਿੰਨੇ ਦੁਖੀ ਨੇ। ਜਦ ਵੀ ਕੋਈ ਧੀ ਆਪਣੇ ਪਤੀ ਦਾ ਘਰ ਛੱਡ ਕੇ ਤੁਰਦੀ ਹੈ, ਸੁਖੀ ਹੋ ਕੇ ਨਹੀਂ ਤੁਰਦੀ। ਜਦ ਸੱਸ ਸਹੁਰਾ ਕਹਿੰਦੇ ਆ ਪੁੱਤ ਤੇਰਾ ਇੱਥੇ ਕੋਈ ਨਹੀਂ, ਚੱਲ ਚੱਲੀਏ, ਆਪ ਸੋਚ ਕੇ ਵੇਖੋ ਕਿੰਨੇ ਦੁਖੀ ਹੋਣਗੇ। ਕੱਲਾ ਇਹਨਾਂ ਨਾ ਵੇਖੀਏ ਵੀ ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਗੁਰੂ ਸਾਹਿਬ ਸਾਡੇ ਪਰਮੇਸ਼ਵਰ ਸਤਿਗੁਰ ਪਿਆਰੇ ਨੇ, ਇਹ ਉਹਨਾਂ ਦੇ ਚੋਜ ਵੀ ਤੇ ਵੇਖੋ ਮਰਦ ਨੇ ਕਿਹੋ ਜਿਹੇ ਵਰਤਾਏ ਆ, ਹੈਰਾਨ ਕਰ ਦਿੰਦੇ। ਧਰਮ ਪਤਨੀ ਮਾਤਾ ਸੁਲੱਖਣੀ ਸਾਡੇ ਆਪਣੇ ਪਤੀ ਤੋਂ ਪਰੇਸ਼ਾਨ ਨੇ, ਜੀ ਤੋਂ ਸਾਰਾ ਜੱਗ ਦੁਖੀ ਆ ਨਾ। ਜਿਸ ਰੱਬ ਨੂੰ ਮੰਨਿਆ ਦੁੱਖ ਕੱਟੇ ਜਾਂਦੇ ਆ, ਜਿਹਨੂੰ ਚੇਤੇ ਕਰਿਆ ਭਰਮ ਮੁੱਕ ਜਾਂਦੇ ਆ। ਉਹਨਾਂ ਨੇ ਆਪਣੇ ਪਰਿਵਾਰ ਤੇ ਭਰਮ ਦਾ ਜਾਲ ਪਾਇਆ ਹੋਇਆ ਹੈ। ਜਦੋਂ ਪਿਤਾ ਨੇ ਬਚਨ ਆਖੇ, ਚੱਲ ਪੁੱਤ ਸੁਲੱਖਣੀ ਆਪਾਂ ਪਿੰਡ ਚੱਲੀਏ, ਇੱਥੇ ਕੀ ਹੈ ਤੇਰਾ, ਭਾਵੁਕ ਹੋ ਗਏ। ਕਦੇ ਇਸ ਘਰ ਵਿੱਚ ਵਿਆਹ ਕੇ ਆਈ ਸੀ, ਅੱਜ ਸੁੱਖ ਨਾਲ ਪਰਮਾਤਮਾ ਨੇ 2 ਪੁੱਤ ਬਖਸ਼ੇ ਹੋਏ। ਦੋਨੇ ਪੁੱਤਾਂ ਦੇ ਹੁੰਦਿਆਂ ਵੀ ਕਦੇ ਪਤੀ ਘਰ ਨਹੀਂ ਆਏ, ਕਦੇ ਉਹਨਾਂ ਬੁਲਾਇਆ ਨਹੀਂ। ਇਹ ਠਾਂ ਅਬਨਾ ਧੋਰ ਕਛ ਕਾਜਾ, ਤਬ ਪਤ ਭਾ ਫਕੀਰ ਤਜ ਲਾਜਾ। ਸੱਸ ਚੰਦੋ ਰਾਣੀ ਆਖਣ ਲੱਗੀ, ਧੀਏ ਇੱਥੇ ਹੁਣ ਤੇਰਾ ਕੀ ਰੱਖਿਆ, ਤੇਰਾ ਪਤੀ ਹੋ ਗਿਆ ਫਕੀਰ, ਉਹਨੂੰ ਤੇ ਦੁਨੀਆ ਦੀ ਲਾਜ ਨਹੀਂ ਕੋਈ, ਰਿਸ਼ਤਿਆਂ ਦੀ ਕੋਈ ਲੱਜਾ ਨਹੀਂ ਹੈ ਉਹਨੂੰ। ਤੇ ਜਦੋਂ ਪਤੀ ਤੇਰਾ ਫਕੀਰ ਬਣ ਗਿਆ ਤੇ ਤੂੰ ਇਸ ਘਰ ਵਿੱਚ ਰਹਿ ਕੇ ਕੀ ਕਰਨਾ, ਤੂੰ ਤੇ ਸਦਾ ਦੁਖੀ ਹੈ। ਜਦੋਂ ਮਾਪਿਆਂ ਦੇ ਬਚਨਾਂ ਨੂੰ ਸੁਣਿਆ, ਸਾਡੇ ਮਾਤਾ ਸੁਲੱਖਣੀ ਭੁੱਖੀ ਹੋ ਗਈ। ਘਰ ਛੱਡਣੇ ਸੌਖੇ ਨਹੀਂ ਹੁੰਦੇ, ਕਹਿ ਦੇਣਾ ਬੜਾ ਸੁੱਖ ਹੈ। ਮੈਂ ਘਰ ਛੱਡ ਦਿੱਤਾ, ਕਿਸੇ ਨੇ ਬਚਪਨ ਵਿੱਚ ਛੱਡਿਆ, ਕਿਸੇ ਨੇ ਜਵਾਨੀ ਵਿੱਚ ਛੱਡਿਆ, ਕਿਸੇ ਨੇ ਬੁਢਾਪੇ 'ਚ ਛੱਡਿਆ। ਸੱਚਮੁੱਚ ਜਦ ਮੋਹ ਟੁੱਟਦਾ ਨਾ ਬੜਾ ਦੁੱਖ ਲੱਗਦਾ, ਵੱਡੇ ਵੱਡੇ ਰੋਂਦੇ ਆ। ਪਰ ਜਿਨ੍ਹਾਂ ਨੇ ਮੋਹ ਨੂੰ ਕਾਬੂ ਵਿੱਚ ਕਰ ਲਿਆ, ਉਹਨਾਂ ਲਈ ਇਹ ਖੁਸ਼ੀ ਦਾ ਜ਼ਰੂਰ ਹੈ। ਮਾਤਾ ਸੁਲੱਖਣੀ ਭਾਵੁਕ ਹੋਏ, ਰੋਏ ਮਾਪਿਆਂ ਦੀ ਗੱਲ ਸੁਣ ਕੇ, ਕਿਉਂਕਿ ਅੱਜ ਮਾਪੇ ਵੀ ਦੁਖੀ ਨੇ, ਧੀ ਦਾ ਦੁੱਖ ਸਹਾਰਿਆ ਜਾਂਦਾ ਨਹੀਂ। ਅਪਰੇ ਕਵਨ ਕਰੈ ਨਿਰਭੇਵਾ, ਸਦਨ ਚਲਹ ਮੁਝਵੇ ਸੁਖ ਤੇਵਾ। ਤੇ ਉਸ ਵੇਲੇ ਮਾਂ ਆਖਦੀ ਆ, ਪੁੱਤ ਇੱਥੇ ਰਹਿ ਕੇ ਤੇਰਾ ਨਿਰਵਾਹ ਨਹੀਂ ਹੋਣਾ, ਗੁਜ਼ਾਰਾ ਨਹੀਂ ਹੋਣਾ, ਤੇ ਜਦ ਤੂੰ ਦੁਖੀ ਰਹਿਣਾ ਤੇ ਸਾਨੂੰ ਸੁੱਖ ਦੀ ਹਵਾ ਕਿੱਥੋਂ ਮਿਲੂਗੀ, ਚੱਲ ਧੀਏ ਇਕੱਠੇ ਰਵਾਂਗੇ। ਮਾਂ ਆਪਣੀ ਧੀ ਨੂੰ ਕਹਿੰਦੀ ਹੈ, ਧੀਏ ਮੇਰੇ ਕੋਲ ਰਹੇਂਗੀ, ਕਮ ਸੇ ਕਮ ਇਹਨਾਂ ਤੇ ਹੋਊਗਾ ਨਾ ਤੂੰ ਆਪਣੀ ਮਾਂ ਕੋਲੇ, ਕੋਈ ਤੇ ਤੇਰਾ ਸਹਾਰਾ ਏ। ਜਦ ਮਾਂ ਦੇ ਬਚਨਾਂ ਨੂੰ ਸੁਣਿਆ, ਮਾਤਾ ਸੁਲੱਖਣੀ ਦੀ ਮਮਤਾ ਜਾਗ ਗਈ। ਦੁਖੀ ਨੇ, ਦੁਖੀ ਇਨਸਾਨ ਹਮੇਸ਼ਾ ਸਹਾਰਾ ਲੱਭਦਾ ਹੈ, ਮੋਢਾ ਲੱਭਦਾ ਹੈ। ਮਾਤਾ ਸੁਲੱਖਣੀ ਜੀ ਦਾ ਮਨ ਭਰਿਆ ਹੋਇਆ ਹੈ ਤੇ ਮਾਂ ਭਾਵੁਕ ਹੋ ਕੇ ਆਖਦੀ ਹੈ, ਪੁੱਤ ਇੱਥੇ ਤੇਰਾ ਕੋਈ ਨਹੀਂ, ਜਿਹਦੇ ਲੜ ਤੈਨੂੰ ਲਾਇਆ ਸੀ ਉਹਨੇ ਜ਼ਿੰਮੇਵਾਰੀ ਨਹੀਂ ਨਿਭਾਈ, ਫਕੀਰ ਬਣ ਗਿਆ, ਸਾਧ ਹੋ ਗਿਆ, ਭੱਜ ਗਿਆ ਜ਼ਿੰਮੇਵਾਰੀਆਂ ਤੋਂ। ਕਰਮ ਮੰਦ ਹੈ ਸੁਤਾ ਤੁਮਾਰੇ, ਘਰ ਉਜਰਿਓ ਇਸ ਹਾਲ ਪਤਾਰੇ। ਜਿਸ ਵੇਲੇ ਮਾਤਾ ਸੁਲੱਖਣੀ ਸਾਡੇ ਆਪਣੀ ਮਾਂ ਚੰਦੋ ਰਾਣੀ ਦੇ ਗਲ ਲੱਗ ਕੇ ਰੋਏ ਨਾ, ਤੇ ਫਿਰ ਮਾਂ ਨੇ ਸਿਰ ਹੱਥ ਰੱਖ ਕੇ ਸਿਰ ਪਲੋਸ ਕੇ ਪਤਾ ਕੀ ਆਖਿਆ, ਭਾਵੁਕ ਹੋ ਕੇ, ਪੁੱਤ ਤੇਰੇ ਕਰਮ ਮਾੜੇ, ਸੁਣੋਗੀ ਕਰਮ ਮਾੜੇ ਤੇਰੇ, ਅੱਜ ਤੇਰਾ ਘਰ ਉੱਜੜ ਚੱਲਿਆ, ਆਖੋ ਸਤਿਨਾਮ। ਉਜਾੜਾ ਹੀ ਹੈ। ਜਿੱਥੇ ਘਰ ਪਰਿਵਾਰ ਵਿੱਚ ਪ੍ਰੇਮ ਹੀ ਨਾ ਹੋਵੇ, ਕੋਈ ਕਿਸੇ ਦੀ ਸਾਰ ਹੀ ਨਾ ਲੈਂਦਾ ਹੋਵੇ, ਉਹ ਘਰ ਥੋੜੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬੇਪਰਵਾਹ ਨੇ, ਬੇਪਰਵਾਹ ਇੱਕ ਚੋਰ ਨੇ ਗੁਰੂ ਪਾਤਸ਼ਾਹ ਦੇ। ਜਦੋਂ ਮਾਤਾ ਦੇ ਬਚਨਾਂ ਨੂੰ ਸੁਣਿਆ ਤੇ ਧੀ ਤੇ ਫਿਰ ਛਮ ਛਮ ਰੋਈ। ਘਰ ਛੱਡ ਕੇ ਜਾਣੇ ਸੌਖੇ ਥੋੜੀ ਹੈ। ਮਾਂ ਨੇ ਤੇ ਕਹਿ ਦਿੱਤਾ, ਪੁੱਤ ਨਾਲ ਚੱਲ, ਤੈਨੂੰ ਛੱਡ ਕੇ ਅਸੀਂ ਨਹੀਂ ਜਾਣਾ। ਤੇ ਰੋ ਰਹੇ ਆ ਮਾਤਾ ਸੁਲੱਖਣੀ ਸਾਡੇ, ਪਰ ਸੱਸ ਚੰਦੋ ਰਾਣੀ ਕਹਿੰਦੀ, ਪੁੱਤ ਧੀ ਦਾ ਘਰ ਉਜੜਦਾ ਵੇਖ ਕਿਹੜੇ ਮਾਪੇ ਸੁਖੀ ਹੁੰਦੇ ਨੇ, ਆਖੋ ਸਤਿਨਾਮ। ਕਿਹੜੀ ਮਾਂ ਹੈ ਜਿਹੜੀ ਖੁਸ਼ ਹੋਵੇ, ਕਿਹੜਾ ਪਿਓ ਹੈ ਜੋ ਧੀ ਦਾ ਘਰ ਉਜੜਦਾ ਵੇਖ ਆਖੇ ਮੈਨੂੰ ਫਰਕ ਨਹੀਂ ਪੈਂਦਾ, ਪਿਓ ਵੀ ਲੁਕ ਲੁਕ ਰੋਂਦਾ। ਅੱਜ ਮੂਲ ਚੰਦ ਵੀ ਰੋਏ,
ਉਹਨਾਂ ਦੀ ਧਰਮ ਪਤਨੀ ਚੰਦੂ ਰਾਣੀ ਵੀ ਰੋ ਰਹੀ ਹੈ। ਕਿਹਨੂੰ ਕੋਸ ਰਹੇ ਆ ਜੀ? ਜੋ ਇੱਥੇ ਹਾਜ਼ਰ ਨੇ। ਸਮਾਜ ਹੈ, ਪਿੱਠ ਪਿੱਛੇ ਲੋਕ ਬਹੁਤ ਕੁਝ ਬੋਲਦੇ, ਭਾਵੇਂ ਰਿਸ਼ਤੇਦਾਰ ਵੀ ਕਿਉਂ ਨਾ ਹੋਣ, ਤੇ ਸਾਹਮਣੇ ਹਰ ਕੋਈ ਇਹੀ ਕਹਿੰਦਾ ਜੁਗ ਜੁਗ ਜੀ, ਜੁਗ ਜੁਗ ਜੀ। ਪਿੱਠ ਪਿੱਛੋਂ ਤੇ ਦੁਨੀਆ ਭੋਗ ਪਾਉਣ ਨੂੰ ਕਰਦੀ, ਆਖੋ ਸਾਡਾ ਨਾਮ ਸਾਹਮਣੇ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਰਿਵਾਰ ਦੇ ਮੁਖੀਏ ਨੇ, ਮੂਲ ਚੰਦ ਜੀ ਦੇ ਜਵਾਈ ਨੇ। ਅੱਜ ਕੀ ਬੋਲਿਆ ਜਾ ਰਿਹਾ? ਕਹਿੰਦੇ ਦੁਖੀ ਤੂੰ ਕਿਸੇ ਕਰਕੇ ਨਹੀਂ, ਆਪਣਿਆਂ ਕਰਕੇ। ਬੰਦਾ ਬੇਗਾਨਿਆਂ ਤੋਂ ਦੁਖੀ ਹੋਵੇ, ਬੇਗਾਨਿਆਂ ਤੋਂ ਪਾਸਾ ਵੱਟ ਲੈਂਦਾ, ਜਦੋਂ ਆਪਣੇ ਮਾਰਨ ਤੇ ਆ ਜਾਣ, ਆਪਣੇ ਦੁਖੀ ਕਰਨ ਤੇ ਹੁਣ ਜਾਵੇ ਕਿੱਥੇ? ਉਹਨਾਂ ਸਮਿਆਂ 'ਚ ਅੱਜ ਵਰਗਾ ਜ਼ਮਾਨਾ ਨਹੀਂ ਸੀ ਵੀ ਜੇ ਨਹੀਂ ਬਣਦੀ ਤੇ ਰਿਟ ਫਾਈਲ ਕਰ ਦਿਓ। ਉਦੋਂ ਬੜੀਆਂ ਵੱਡੀਆਂ ਕਦਰਾਂ ਕੀਮਤਾਂ ਸੀ। ਕਿਤੇ ਧੀ ਦੇ ਘਰ 'ਚ ਲੜਾਈ ਵੀ ਹੁੰਦੀ ਸੀ ਤੇ ਮਾਪੇ ਸੌਂਦੇ ਨਹੀਂ ਸੀ ਹੁੰਦੇ, ਪਿੰਡਾਂ ਦੀਆਂ ਪੰਚਾਇਤਾਂ ਜਾਂਦੀਆਂ ਸੀ। ਉਦੋਂ ਅੱਜ ਵਰਗੇ ਰਿਵਾਜ ਨਹੀਂ ਸੀ, ਅੱਜ ਵਰਗੇ ਪ੍ਰਚਲਨ ਨਹੀਂ ਸੀ। ਇਸ ਕਰਕੇ ਦੁੱਖ ਸੀ ਮਾਪਿਆਂ ਨੂੰ। ਜਿਸ ਘਰ ਵਿੱਚ ਧੀ ਨੂੰ ਭੇਜਿਆ ਸੀ ਡੋਲੀ 'ਚ ਬਿਠਾ ਕੇ ਅੱਜ ਨਾਲ ਲੈ ਕੇ ਚਲੇ ਆ। ਬੜਾ ਔਖਾ ਸੀ ਦੁੱਖ ਸਹਿਣਾ, ਬੜਾ ਔਖਾ ਸੀ। ਧੀ ਰੋਈ, ਮਾਤਾ ਸੁਲੱਖਣੀ ਕਹਿੰਦੇ ਮਾਂ ਮੈਂ ਨਹੀਂ ਜਾਣਾ। ਮਾਂ ਕਹਿੰਦੀ ਪੁੱਤ ਇੱਥੇ ਕੀ ਕਰਨਾ ਤੂੰ ਰਹਿ ਕੇ? ਇੱਥੇ ਤੇਰਾ ਕੋਈ ਨਹੀਂ। ਦੋਹਰਾ ਭਨਤ ਨਾਨਕੀ ਬਦਨ ਤੇ ਇਉਂ ਨਾ ਬਨੈ ਇਹ ਬਾਤ, ਕਿਉਂ ਪਰਜਾਈ ਕੋ ਬੈ ਜਾਣ ਦਿਓ ਸੰਗਤਾਤ। ਜਿਸ ਵੇਲੇ ਸਤਿਗੁਰਾਂ ਦੇ ਵੱਡੇ ਭੈਣ ਨਾਨਕੀ ਨੂੰ ਪਤਾ ਲੱਗਾ ਨਾ ਵੀ ਉੱਧਰ ਤਿਆਰੀਆਂ ਹੋ ਰਹੀਆਂ ਨੇ, ਭੱਜੇ ਆਏ, ਕਿਉਂਕਿ ਆਮੋ ਸਾਹਮਣੇ ਘਰ ਨੇ। ਆਗੇ ਪਤਾ ਕਹਿੰਦੇ ਮਾਸੀ ਇਹ ਕੀ ਕਹਿ ਰਹੇ ਹੋ ਤੁਸੀਂ? ਇਹ ਨਹੀਂ ਹੋ ਸਕਦਾ, ਸਾਡੇ ਜਿਉਂਦੇ ਜੀ ਸਾਡੀ ਭਰਜਾਈ ਘਰ ਛੱਡ ਕੇ ਜਾਵੇ। ਸੋਚੋ ਕਿਹੋ ਜਿਹਾ ਸਮਾਂ। ਭੈਣ ਨਾਨਕੀ ਦੀਆਂ ਅੱਖਾਂ ਭਰੀਆਂ ਹੋਈਆਂ ਨੇ, ਰੋ ਰਹੇ ਨੇ। ਐਸੇ ਹਾਲਾਤ ਬਣ ਗਏ ਕਿਉਂਕਿ ਉਧਰ ਤਿਆਰੀਆਂ ਚੱਲਦੀਆਂ ਨੇ ਘਰ ਛੱਡ ਕੇ ਜਾਣ ਦੀਆਂ। ਤੇ ਜਿਨ੍ਹਾਂ ਨੇ ਘਰ ਭਰਾ ਦਾ ਵਸਾਇਆ ਹੋਵੇ ਹੱਥੀਂ, ਤੇ ਅੱਜ ਉਹ ਪਿਆਰੀ ਭਰਜਾਈ ਘਰ ਛੱਡ ਕੇ ਚਲੀ ਹੈ, ਤੇ ਦਸ਼ਾ ਕੈਸੀ ਹੋਗੀ, ਘਰ ਦੇ ਹਾਲਾਤ ਕਿਹੋ ਜਿਹੇ ਹੋਣਗੇ, ਇਹ ਗੱਲਾਂ ਵਿੱਚ ਕਥੇ ਨਹੀਂ ਆ ਸਕਦੇ। ਜਿਨ੍ਹਾਂ ਤੇ ਬੀਤ ਰਹੀ ਹੈ, ਜਿਨ੍ਹਾਂ ਵੇਖਿਆ ਉਹੀ ਜਾਣਦੇ ਆ। ਭਾਈ ਬਾਲਾ ਜੀ ਕਹਿੰਦੇ ਬੜੇ ਨਾਜ਼ੁਕ ਹਾਲਾਤਾਂ ਵਿੱਚੋਂ ਰਿਸ਼ਤਾ ਗੁਜ਼ਰ ਰਿਹਾ ਸੀ। ਭੈਣ ਨਾਨਕੀ ਨੇ ਆ ਕੇ ਹੱਥ ਜੋੜੇ, ਆਖਣ ਲੱਗੀ ਮੇਰੇ ਜਿਉਂਦੇ ਜੀ ਮੇਰੀ ਭਰਜਾਈ ਆਪਣੇ ਪਿਤਾ ਦੇ ਘਰ ਨਹੀਂ ਜਾਏਗੀ। ਕਿਉਂਕਿ ਉਹਨਾਂ ਸਮਿਆਂ ਦੇ ਰਿਵਾਜ ਹੁੰਦੇ ਸੀ ਪਤੀ ਦੇ ਜਿਉਂਦਿਆਂ ਪਤਨੀ ਕਦੇ ਪੇਕੇ ਘਰ ਨਹੀਂ ਸੀ ਰਹਿੰਦੀ। ਉਦੋਂ ਸਮਾਂ ਐਸਾ ਸੀ, ਇੱਜ਼ਤਾਂ ਬੜੀਆਂ ਪਿਆਰੀਆਂ ਸੀ ਲੋਕਾਂ ਨੂੰ, ਸਮਾਜ ਵਿੱਚ ਰੁਤਬੇ ਬਹੁਤ ਵੱਡੇ ਸੀ, ਸਤਿਕਾਰ ਬਹੁਤ ਸੀ। ਉਸ ਵੇਲੇ ਪਿੰਡ ਦੀ ਧੀ ਸਾਰੇ ਇਲਾਕੇ ਦੀ ਧੀ ਬਣੀ ਜਾਂਦੀ ਸੀ। ਉਦੋਂ ਕਿਤੇ ਪਿੰਡ ਦੀ ਧੀ ਦੁਖੀ ਹੁੰਦੀ ਸੀ ਨਾ, ਸਾਰਾ ਪਿੰਡ ਰੋਂਦਾ ਸੀ। ਜਿੱਦਣ ਕਿਤੇ ਪਿੰਡ ਦੀ ਧੀ ਘਰੇ ਆ ਜਾਂਦੀ ਸੀ, ਕੋਈ ਲੜਾਈ ਝਗੜਾ ਹੋ ਜਾਂਦਾ, ਸਾਰੇ ਪਿੰਡ ਦੇ ਘਰ ਰੋਟੀ ਨਹੀਂ ਸੀ ਪੱਕਦੀ। ਹੁਣ ਤੇ ਸ਼ਰੀਕਾਂ ਨੂੰ ਵੇਖ ਲਓ, ਕਿਤੇ ਆ ਗੱਲਬਾਤ ਹੁੰਦੀ ਹੋਵੇ ਖੁਸ਼ ਹੁੰਦੇ, ਕਹਿੰਦੇ ਵਧੀਆ ਤਲਾਕ ਹੋ ਗਈ, ਪਤਾ ਨਹੀਂ, ਬਹੁਤ ਟੱਪਦੇ ਸੀ, ਬੜੀਆਂ ਛਾਲਾਂ ਮਾਰਦੇ ਸੀ। ਪਰ ਉਦੋਂ ਵੇਖੋ ਹੁਣ ਤੇ ਹੈ ਹੀ ਨਹੀਂ ਪ੍ਰੇਮ ਮੁਹੱਬਤ ਸ਼ਰਤਾਂ ਹੈ ਕਿਸੇ 'ਚ, ਸਿਰਫ ਦਿਖਾਵਾ ਹੀ ਦਿਖਾਵਾ ਦੁਨੀਆ ਕੋਲ। ਸਵੇਰ ਤੋਂ ਲੈ ਕੇ ਸਾਡੇ ਸਾਰਿਆਂ ਕੋਲ ਦਿਖਾਵਾ ਹੈ। ਮੈਂ ਕਿੰਨਾ ਕੁ ਸੋਹਣਾ ਲੱਗਾ, ਮੇਰੇ ਕੱਪੜੇ ਕਿੰਨੇ ਕੁ ਸੋਹਣੇ, ਲੋਕ ਮੇਰੇ ਬਾਰੇ ਕੀ ਕਹਿੰਦੇ ਆ, ਬਸ ਇਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਗਈ ਦੁਨੀਆ। ਇੰਟਰਨੈਟ ਦੀ ਦੁਨੀਆ ਤੋਂ ਲੈ ਕੇ ਹਰ ਪਾਸੇ ਸਿਰਫ ਦਿਖਾਵਾ, ਛਲ, ਕਪਟ, ਫਰੇਬ, ਨੈਗੇਟਿਵ, ਕੁਛ ਵੀ ਨਹੀਂ ਹੈ। ਭੈਣ ਨਾਨਕੀ ਰੋਏ, ਹੱਥ ਜੋੜ ਲਏ, ਰੱਬ ਦਾ ਵਾਸਤਾ ਇਹੋ ਜਿਹੀਆਂ ਗੱਲਾਂ ਮਸਲੀ ਤੁਸੀਂ ਨਾ ਕਰੋ, ਅਸੀਂ ਜਿਉਂਦੇ ਬੈਠੇ ਆ, ਇਹ ਘਰ ਵਸਦਾ ਚੰਗਾ ਲੱਗਦਾ ਏ, ਇਹਨਾਂ ਨੂੰ ਲੈ ਕੇ ਜਾਵੋ ਨਾ। ਚੌਪਈ ਇੱਕ ਤੋਂ ਕਰੀ ਭਰਾਤ ਗਤ ਐਸੇ, ਦੁਤੀਆ ਜਾਤ ਪਰਜਾਈ ਤੈਸੇ। ਭੈਣ ਨਾਨਕੀ ਸਦਾ ਹੱਸਣ ਵਾਲੇ ਅੱਜ ਕਿਉਂ ਰੋਏ, ਮਨ ਕਿਉਂ ਭਰਿਆ? ਆਖਣ ਲੱਗੇ ਇੱਕ ਤੇ ਮੈਨੂੰ ਆਪਣੇ ਵੀਰ ਦੀ ਸਮਝ ਨਹੀਂ ਆਉਂਦੀ, ਕਿਹੜੀਆਂ ਰੰਗਾਂ 'ਚ ਮੈਨੂੰ ਨਹੀਂ ਪਤਾ ਲੱਗਦਾ। ਸਾਰਾ ਦਿਨ ਜੰਗਲਾਂ 'ਚ ਰਹਿੰਦੇ ਆ, ਕਦੇ ਸ਼ਮਸ਼ਾਨਾਂ ਵਿੱਚ ਰਹਿੰਦੇ ਆ, ਖੌਰੇ ਉਹਨਾਂ ਦੇ ਮਨ ਵਿੱਚ ਕੀ ਚੱਲਦਾ ਹੋਣਾ, ਕਿਹੋ ਜਿਹੀ ਹਾਲਤ ਉਹਨਾਂ ਦੀ ਹੋਣੀ। ਕੋਈ ਜੰਗਲਾਂ 'ਚ ਰਹਿਣਾ ਕੋਈ ਸੌਖਾ ਹੁੰਦਾ ਜੀ, ਸ਼ਮਸ਼ਾਨ ਵਿੱਚ ਬਹਿਣਾ ਕੋਈ ਸੌਖਾ ਏ? ਭੈਣ ਨਾਨਕੀ ਯਾਦ ਕਰਕੇ ਰੋ ਪਏ, ਕਹਿੰਦੇ ਇੱਕ ਤੇ ਮੇਰਾ ਵੀਰ ਘਰ ਨਹੀਂ ਆਉਂਦਾ, ਮੈਨੂੰ ਇਹ ਚਿੰਤਾ ਏ, ਤੇ ਅੱਜ ਭਰਜਾਈ ਜੀ ਘਰ ਛੱਡ ਕੇ ਚੱਲੇ ਤੇ ਮੇਰਾ ਜਿਉਣਾ ਕਾਹਦਾ ਜੂ ਹੈ।
ਸਾਨੂੰ ਤੇ ਇੱਕ ਦੁੱਖ ਮਾਰਦਾ ਹੈ ਵੀ ਸਤਿਗੁਰ ਘਰ ਨਹੀਂ ਆਉਂਦੇ। ਤੁਸੀਂ ਕੀ ਸੋਚਦੇ ਵੀ ਭੈਣ ਨਾਨਕੀ ਜੇ ਗੁਰੂ ਸਾਹਿਬ ਤੇ ਭਰੋਸਾ ਸ਼ਰਧਾ ਰੱਖਦੇ ਆ ਤੇ ਉਹ ਖੁਸ਼ ਹੋਣਗੇ ਵੀ ਉਹ ਆਪ ਘਰੇ ਸੁੱਖ ਦੀ ਨੀਂਦ ਸੌਂਦੇ ਤੇ ਸਤਿਗੁਰ ਭੁੰਜੇ ਸੌਂਦੇ ਜੰਗਲਾਂ 'ਚ ਸ਼ਮਸ਼ਾਨਾਂ ਵਿੱਚ? ਕਦੇ ਨਹੀਂ। ਭੈਣਾਂ ਦੇ ਹੁੰਦਿਆਂ ਕਦੇ ਵੀਰਾਂ ਨੂੰ ਆਂਚ ਨਹੀਂ ਆਉਂਦੀ। ਪਰ ਅੱਜ ਕਲਯੁਗ ਹੈ, ਅੱਜ ਮਾਰਦੇ ਆਪਣੇ ਨੇ। ਆਖੋ ਸਤਿਨਾਮ। ਬਗਾਨੇ ਦਾ ਕੋਈ ਖਤਰਾ ਨਹੀਂ। ਭੈਣ ਨਾਨਕੀ ਹੋਏ ਕਹਿੰਦੇ ਇੱਕ ਤੇ ਮੇਰੇ ਵੀਰ ਦੀ ਸਮਝ ਨਹੀਂ, ਦੂਜਾ ਮੈਨੂੰ ਆਪਣੀ ਭਰਜਾਈ ਨਾਲ ਗਿਲਾ ਹੈ। ਠੀਕ ਹੈ, ਮੰਨਿਆ ਆਪਣੇ ਪਤੀ ਤੋਂ ਦੁਖੀ ਨੇ, ਪਰ ਸਾਡਾ ਕੀ ਕਸੂਰ ਹੈ? ਸਾਨੂੰ ਕਿਉਂ ਛੱਡ ਕੇ ਚੱਲੇ ਨੇ? ਜਾਂ ਤੇ ਅਸੀਂ ਪਿਆਰ ਨਹੀਂ ਕਰਦੇ, ਹਮਦਰਦੀ ਨਹੀਂ ਕਰਦੇ, ਜਾਂ ਅਸੀਂ ਇਹਨਾਂ ਤੋਂ ਦੂਰ ਰਹਿੰਦੇ ਆ ਵੀ ਸਾਨੂੰ ਤੁਹਾਡਾ ਕੋਈ ਲੈਣ ਦੇਣ ਨਹੀਂ। ਮਾਸਟਰ ਜੀ ਕਹਿਰ ਨਾ ਕਰੋ, ਵਸਦਾ ਕਰ, ਇੱਕ ਗੁੱਸੇ ਪਿੱਛੇ ਨਾ ਉਜਾੜੋ। ਨਹੀਂ ਜਾਣਗੇ ਭਰਜਾਈ ਜੀ, ਮੈਂ ਆਪਣੀ ਭਾਬੀ ਨੂੰ ਇੱਥੋਂ ਜਾਣ ਨਹੀਂ ਦੇਣਾ। ਜੋ ਮਰਜ਼ੀ ਹੋ ਜੇ, ਸਾਡੇ ਜਿਉਂਦੇ ਜੀ ਤੁਸੀਂ ਲੈ ਕੇ ਜਾ ਨਹੀਂ ਸਕਦੇ। ਕਿਹੇ ਬਿਦਿਓਰ ਮੈਂ ਧੀਰਜ ਧਰ ਹੋਂ, ਨਿਜ ਮਨ ਪਰਚ ਕਿਹ ਸੰਗ ਕਰ ਹੋਂ। ਰੋ ਰੋ ਕੇ ਆਖਣ ਲੱਗੇ ਮੈਂ ਕਿਵੇਂ ਹੌਸਲਾ ਰੱਖਾਂ? ਪਤਾ ਨਹੀਂ ਰੱਬ ਨੇ ਕਿਹੜੇ ਪਰਚੇ ਪਾਏ ਸਾਡੇ ਤੇ, ਉਹ ਕਿਹੜੀਆਂ ਕਸਵੱਟੀਆਂ ਲਾ ਕੇ ਰੱਬ ਸਾਨੂੰ ਪਰਖਦਾ ਹੈ। ਮੈਨੂੰ ਲੱਗਦਾ ਸੀ ਹਰ ਵਾਰ ਪਾਸ ਹੋਏ, ਸੱਤ ਹੁਣ ਪਾਸ ਨਹੀਂ ਹੋਇਆ ਜਾਣਾ। ਇੰਨਾ ਰੋਏ ਉਸ ਵੇਲੇ, ਦੁੱਖ ਆਉਂਦਾ ਹੈ। ਇੱਕ ਤੇ ਵੀਰ ਪਿਆਰਾ ਘਰ ਨਹੀਂ ਆਉਂਦਾ, ਤੇ ਦੂਜੇ ਪਾਸੇ ਮੂਲ ਚੰਦ ਉਹ ਨਹੀਂ ਸਮਝ ਰਹੇ। ਉਹ ਆਪਣੇ ਗੁੱਸੇ ਵਿੱਚ ਨੇ, ਕਹਿੰਦੇ ਸਾਡਾ ਘਰ ਤੇਰੇ ਭਰਾ ਨਹੀਂ ਖਰਾਬ ਕੀਤਾ। ਤਾਨੇ ਮਿਹਣੇ ਕਿੰਨੇ ਸੁਣੇ ਆ ਜੀ ਇਹਨਾਂ ਨੇ, ਪਰ ਫਿਰ ਵੀ ਵੇਖੋ ਅੱਜ ਮਿੰਨਤਾਂ ਕਰਦੇ ਆ, ਤਰਲੇ ਕਰਦੇ ਆ। ਮਾਸੜ ਜੀ ਤਰਸ ਕਰੋ ਸਾਡੇ ਤੇ, ਨਾ ਏਦਾਂ ਕਰੋ, ਅਸੀਂ ਤੇ ਪਹਿਲਾਂ ਹੀ ਕਰਮਾਂ ਦੇ ਮਾਰੇ ਆ। ਜੇ ਤੁਸੀਂ ਇਹਨਾਂ ਨੂੰ ਨਾਲ ਲੈ ਗਏ ਘਰ ਵੀ ਖਾਲੀ ਹੋ ਜਾ। ਜੇ ਭਰਜਾਈ ਦੀ ਚਲੇ ਘਰ ਨੂੰ ਤਾਲਾ ਲੱਗ ਜੂਗਾ। ਵੀਰ ਤੇ ਮੇਰਾ ਪਹਿਲਾਂ ਕਰੀ ਨਹੀਂ। ਚੱਲ ਜੇ ਕਿਤੇ 6-7 ਮਹੀਨਿਆਂ ਬਾਅਦ ਆਉਂਦੇ ਆ, ਇੱਕ ਆਸਰਾ ਤੇ ਹੁੰਦਾ ਆਪਣੇ ਪਰਿਵਾਰ ਕੋਲ ਆਏ ਆ, ਇਹ ਵੀ ਚਲੇ ਜਾਣਗੇ। ਫਿਰ ਪਿੱਛੋਂ ਕੀ ਬੀਤੇ? ਕਦੇ ਇਹ ਰਿਸ਼ਤਾ ਜੁੜਨਾ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਕਦੇ ਲੈਣ ਨਹੀਂ ਜਾਣਾ। ਭੈਣ ਨਾਨਕੀ ਜਾਣਦੇ ਆ ਜਿਹੜੇ ਐਡੇ ਬੇਪਰਵਾਹ ਨੇ, ਘਰ ਆ ਕੇ ਨਹੀਂ ਮਿਲਦੇ, ਕਦੇ ਸਹੁਰੇ ਘਰ ਜਾਣਗੇ ਲੈਣ ਵਾਸਤੇ? ਇਹ ਕਦੇ ਹੋਣਾ ਨਹੀਂ। ਚੰਦੋ ਰਾਣੀ ਬੈਨ ਅਲਾਏ, ਕਹਿ ਅਵਲੰਬ ਰਹੇ ਜਾਏ। ਜਿਸ ਵੇਲੇ ਸਤਿਗੁਰਾਂ ਦੇ ਭੈਣ ਜੀ ਨੇ ਰੋ ਰੋ ਕੇ ਬੇਨਤੀਆਂ ਕੀਤੀਆਂ, ਉਹ ਇਹੋ ਜਿਹੇ ਸਮੇਂ ਮਨ ਭਰਿਆ ਹੁੰਦਾ ਹੈ। ਤੇ ਸਤਿਗੁਰਾਂ ਦੀ ਸੱਸ ਚੰਦੋ ਰਾਣੀ ਆਖਣ ਲੱਗੀ, ਪੁੱਤ ਭੈਣ ਨਾਨਕੀ ਤੂੰ ਦੱਸ, ਧੀ ਮੇਰੀ ਕਿਹਦੇ ਸਹਾਰੇ ਰਹੇ? ਕੌਣ ਰੱਖੂ, ਕੌਣ ਸਹਾਰਾ ਦਊ? ਭਾਵ ਇਹਨਾਂ ਦਾ ਪਤੀ ਘਰ ਨਹੀਂ ਹੈ, ਕਮਾਏਗਾ ਕੌਣ, ਖਵਾਏਗਾ ਕੌਣ? ਮੈਂ ਕਿਹਦੇ ਸਹਾਰੇ ਆਪਣੀ ਧੀ ਨੂੰ ਛੱਡ ਕੇ ਜਾਵਾਂ? ਵਾਰ-ਵਾਰ ਗੁਰੂ ਨਾਨਕ ਸਾਹਿਬ ਜੀ ਉੱਤੇ ਇਲਜ਼ਾਮ ਲਾਏ ਜਾ ਰਹੇ ਸੱਸ ਮਾਂ ਵੱਲੋਂ। ਕਿਵੇਂ ਛੱਡਾਂ ਮੈਂ ਆਪਣੀ ਧੀ ਨੂੰ? ਕੌਣ ਰੱਖਾ ਹੋਏਗਾ, ਕੌਣ ਰਖਵਾਲਾ ਹੋਏਗਾ? ਜਿਹੇ ਕੋ ਭਰਤ ਭਇਓ ਫਕੀਰ, ਧਰੇ ਧੀਰ ਕਿਉ ਭਈ ਅਧੀਰ। ਉਸ ਵੇਲੇ ਚੰਦੋ ਰਾਣੀ ਭਾਵੁਕ ਹੋ ਕੇ, ਗੁੱਸੇ ਵਿੱਚ ਵੀ ਇੱਕ ਭਾਵੁਕ ਹੋਣਾ ਹੁੰਦਾ, ਪਿਆਰ 'ਚ ਭਿੱਜ ਕੇ ਇੱਕ ਗੁੱਸੇ 'ਚ ਹੁੰਦਾ। ਕਹਿੰਦੇ ਜਿਸ ਪਤਨੀ ਦਾ ਪਤੀ ਫਕੀਰ ਬਣ ਕੇ ਜੰਗਲਾਂ ਵਿੱਚ ਠੋਕਰਾਂ ਖਾਵੇ, ਵੀ ਉਸ ਔਰਤ ਦਾ ਜਿਉਣਾ ਕਾਹਦਾ ਜਿਉਣਾ ਹੁੰਦਾ? ਸਤਿਨਾਮ। ਦੁਨਿਆਵੀ ਤਲ ਤੇ ਗੱਲ ਬਿਲਕੁਲ ਸਹੀ ਹੈ, ਪਰ ਗੁਰੂ ਨਾਨਕ ਸਾਹਿਬ ਮਰਦ ਕੀ ਆਪ ਨਹੀਂ, ਉਹ ਸੰਸਾਰੀ ਨਹੀਂ, ਪਰਮੇਸ਼ਵਰ ਨੇ। ਕਿੱਡੇ ਵੱਡੇ ਸਤਿਗੁਰ ਨੇ, ਜਿਨ੍ਹਾਂ ਨੇ ਮੋਹ ਨੂੰ ਵੇਖੋ ਕਿੱਥੇ ਰੱਖ। ਇੰਨਾ ਵੀ ਮੋਹ ਨਹੀਂ ਹੈ ਸੂਈ ਦੇ ਮੌਕੇ ਵੀ ਸਹੁਰਾ ਸਾਹਿਬ ਤੇ ਸੱਸ ਮਾਂ ਘਰ ਨੇ ਇੰਨਾ ਕੁਛ ਬੋਲਦੇ ਆ ਕਿ ਤੇ ਸਾਡੀ ਪਤਨੀ ਤੇ ਬੱਚਿਆਂ ਨੂੰ ਨਾ ਲੈ ਜਾਣ। ਅੰਤਰਜਾਮੀ ਜਾਣਦੇ ਸਾਰਾ ਕੁਝ ਨੇ, ਪਰਵਾਹ ਨਹੀਂ ਕੀਤੀ ਕਿਸੇ ਦੀ। ਕਹਿੰਦੇ ਜਿਹਨੇ ਜੋ ਕਰਨਾ ਕਰੋ, ਜਿੱਥੇ ਜਾਣਾ ਜਾਓ, ਰੋਣਾ ਹੀ ਕੋਈ। ਤੇ ਚੰਦੋ ਰਾਣੀ ਰੋ ਰੋ ਕੇ ਆਖਦੀ ਆ, ਪੁੱਤ ਤੂੰ ਦੱਸ ਸਹਾਰਾ ਕੀ ਹੈ? ਇਹ ਛੋਟੇ ਛੋਟੇ ਬੱਚੇ ਨੇ, ਪਿਤਾ ਤੋਂ ਬਗੈਰ ਇਹਨਾਂ ਦੀ ਜ਼ਿੰਦਗੀ ਕਿੱਦਾਂ ਗੁਜ਼ਰ ਬਸਰ ਕਰੇਗੀ? ਇਹ ਥਾਂ ਰਹਿਣ ਬਣੇ ਨਹਿ ਕੋ, ਨਿਕਟ ਨ ਸਾਸ ਸਸੁਰ ਖਰਜੇ ਕੋ। ਤੇ ਦੂਜਾ ਤਾਨਾ ਉਹਨਾਂ ਨੇ ਮਾਰ ਦਿੱਤਾ ਚੰਦੋ ਰਾਣੀ ਦੀ। ਇੱਕ ਤੇ ਪਤੀ ਘਰ ਨਹੀਂ, ਫਕੀਰ ਬਣ ਗਿਆ, ਪਤਾ ਨਹੀਂ ਖੌਰੇ ਕਦੇ ਆਉਣਾ ਜਾਂ ਨਹੀਂ। ਦੂਜੇ ਮਾੜੇ ਭਾਗ ਮੇਰੀ ਧੀ ਦੇ, ਇਹਦੇ ਸੱਸ ਸਹੁਰਾ ਵੀ ਕੋਲੇ ਨਹੀਂ। ਆਖੋ ਸਤਿਨਾਮ।
ਮਾਂ ਤ੍ਰਿਪਤਾ ਪਿਤਾ ਕਲਿਆਣ ਚੰਦ ਉਹ ਵੀ ਇੱਥੇ ਨਹੀਂ, ਤੁਹਾਡੇ ਘਰ ਰਹਿ ਕੇ ਇਹਦੀ ਦੁਖੀ ਹੋ ਗਈ, ਕੀ ਕਰੂਗੀ? ਹਾਂ, ਸੱਸ ਸਹੁਰਾ ਹੁੰਦੇ ਘਰੇ, ਭਾਵ ਇਹ ਰਾਏ ਭੋਏ ਦੀ ਤਲਵੰਡੀ ਹੁੰਦੇ 100 ਔਲਾਦ ਸਨ, ਸੱਸ ਨੇ 100 ਗਲਾਸੇ ਦੇਣੇ ਸੀ, ਸਹੁਰਾ ਸਾਹਿਬ ਨੇ 100 ਵਾਰ ਕਹਿਣਾ ਸੀ ਪੁੱਤ ਅਸੀਂ ਬੈਠੇ ਆਪ ਹੀ ਆ ਜੂਗਾ। ਮਾਪਿਆਂ ਨੂੰ ਪਤਾ ਹੁੰਦਾ ਆਪਣੇ ਪਤੀ ਪੁੱਤਰ ਦਾ ਵੀ ਸਾਡਾ ਪੁੱਤ ਕੀ ਹੋ ਜਾਏ, ਕਿਵੇਂ ਆਏਗਾ, ਸਾਡੀ ਕਿਵੇਂ ਮੰਨੇਗਾ। ਧੀਏ ਤੂੰ ਤੇ ਆਪ ਬੇਗਾਨੇ ਘਰ ਵਿਆਹੀ ਹੋਈ ਹੈ। ਜੈ ਰਾਮ ਜੀ ਹੋਰ ਪਰਿਵਾਰ ਵਿੱਚੋਂ ਨੇ, ਤੂੰ ਇਹ ਦੱਸ ਮੇਰੀ ਧੀ ਕਿਹਦੇ ਕੋਲ ਰੋਵੇ, ਕਿਹਨੂੰ ਆਪਣਾ ਦੁੱਖ ਦੱਸੇ ਜਾ ਕੇ, ਕੌਣ ਇਹਦੇ ਪਤੀ ਨੂੰ ਮੋੜ ਕੇ ਲੈ ਕੇ ਆਵੇ। ਘਰ ਕੇ ਖਰਚ ਅਨਕ ਬਿਦ ਜੇ, ਹਿਤੂ ਬਿਨਾ ਕੋ ਸਾਰ ਨ ਲੇ। ਘਰ ਦੇ ਇੰਨੇ ਖਰਚੇ ਨੇ ਕੌਣ ਸਾਰ ਲਏਗਾ। ਠੀਕ ਹੈ, ਇਹਨਾਂ ਦੇ ਪਤੀ ਘਰ ਨਹੀਂ ਸੀ, ਸੱਸ ਸਹੁਰਾ ਹੁੰਦੇ ਤੇ ਖਰਚੇ ਦੀ ਚਿੰਤਾ ਨਹੀਂ ਸੀ, ਪਰ ਇਹ ਤੇ ਬੈਠੇ ਬੜੀ ਦੂਰ ਆ ਗਏ। ਕਿੱਥੇ ਰਾਏ ਭੋਏ ਦੀ ਤਲਵੰਡੀ, ਕਿੱਥੇ ਸੁਲਤਾਨਪੁਰ ਲੋਧੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭੈਣ ਜੀ ਦੇ ਘਰ ਰਹਿੰਦੇ ਸੀ, ਵਿਆਹ ਵੀ ਇੱਥੇ ਹੀ ਹੋਇਆ, ਘਰ ਨਹੀਂ ਗਏ, ਕਿਉਂਕਿ ਘਰੇ ਪਿਤਾ ਜੀ ਹਮੇਸ਼ਾ ਕਲੇਸ਼ ਕਰਦੇ ਸੀ। ਰਾਏ ਬੁਲਾਰ ਜੀ ਨੇ ਇਹਨਾਂ ਨੂੰ ਇੱਥੇ ਭੇਜ ਦਿੱਤਾ, ਇਹ ਜਾਣ ਕੇ ਮੇਰਾ ਪਿਆਰਾ ਸੱਜਣ ਹਰ ਵੇਲੇ ਖੁਸ਼ ਰਹੇ। ਤੇ ਮੂਲ ਚੰਦ ਤੇ ਚੰਦੋ ਰਾਣੀ ਕਹਿੰਦੇ ਆ ਜੇ ਆਪਣੇ ਘਰ ਹੁੰਦਾ, ਇਹ ਭਾਵ ਗੁਰੂ ਨਾਨਕ ਸਾਹਿਬ ਮਹਾਰਾਜ ਜੇ ਘਰ ਹੁੰਦੇ ਕਮ ਸੇ ਕਮ ਮਾਪਿਆਂ ਤੋਂ ਡਰਦੇ ਤਾਂ ਹੁੰਦੇ, ਤੁਹਾਡਾ ਉਹਨਾਂ ਨੂੰ ਡਰ ਭੈ ਕੋਈ ਨਹੀਂ। ਦੋਹਰਾ ਆਹੇ ਆਤਮਜ ਬੈਸ ਲਗ, ਜਿਦੇ ਨ ਸੁਧ ਤਿਨ ਕੋਏ, ਪਿਤਾ ਨ ਆਨ ਦੁਲਾਰ ਹੈ, ਭੇ ਅਨਾਥ ਸਮ ਸੋਏ। ਤੇ ਉਸ ਵੇਲੇ ਸਤਿਗੁਰਾਂ ਦੀ ਸੱਸ ਚੰਦੋ ਰਾਣੀ ਨੇ ਆਪਣੇ ਦੋਤੇ ਦੀ ਬਾਹ ਫੜੀ, ਬਾਬਾ ਸ੍ਰੀ ਚੰਦ ਜੀ ਦੀ ਸਾਹਮਣੇ ਫੜ ਕੇ ਲਿਆਂਦੇ, ਕਹਿੰਦੇ ਵੇਖ ਕੌਣ ਸਹਾਰਾ ਇਹਨਾਂ ਦਾ। ਪਿਤਾ ਆਇਆ ਕਦੇ, ਪਿਤਾ ਨੇ ਗੋਦੀ ਚੁੱਕਿਆ, ਕਦੇ ਬੁਲਾਇਆ, ਕਦੇ ਹੱਥੀ ਖਾਣਾ ਖਵਾਇਆ, ਕਦੇ ਲਾਡ ਲੜਾਇਆ। ਇਹ ਛੋਟੇ ਛੋਟੇ ਬੱਚੇ ਆਪਣੇ ਪਿਤਾ ਨੂੰ ਵੇਖਣ ਨੂੰ ਤਰਸਦੇ ਨੇ, ਤੇ ਤੁਸੀਂ ਕਹਿੰਦੇ ਹੋ ਅਸੀਂ ਲੈ ਕੇ ਨਾ ਜਾਈਏ ਆਪਣੀ ਧੀ ਨੂੰ ਇਹੋ ਜਿਹੇ ਨਰਕ ਵਿੱਚ, ਦੁੱਖ ਵਿੱਚ ਹੁਣ ਨਹੀਂ ਸੁੱਟ ਸਕਦੇ। ਆਖੋ ਸਤਿਨਾਮ। ਆ ਛੋਟੇ ਛੋਟੇ ਬੱਚਿਆਂ ਦਾ ਕੀ ਕਸੂਰ ਹੈ? ਜੇ ਤੂੰ ਫਕੀਰ ਬਣਨਾ ਸੀ ਵਿਆਹ ਕਿਉਂ ਕਰਾਇਆ ਸੀ? ਇਹ ਤਾਨਾ ਬੜੀ ਵਾਰ ਮਾਰਿਆ ਹੋਣਾ। ਤੇ ਅੱਜ ਜਦੋਂ ਬਾਬਾ ਸ੍ਰੀ ਚੰਦ ਜੀ ਨੂੰ ਬਾਂਹ ਫੜ ਕੇ ਸਾਹਮਣੇ ਕਰਤਾ, ਕਹਿੰਦੇ ਆ ਬੱਚੇ ਵਿਚਾਰੇ ਆਪਣੇ ਪਿਤਾ ਨੂੰ ਉਡੀਕਦੇ, ਪਿਤਾ ਜੰਗਲਾਂ 'ਚ ਬੈਠਾ, ਬੇਪਰਵਾਹ ਹੋਇਆ ਬੈਠਾ। ਸੱਚ ਪੁੱਛੋ, ਭੈਣ ਨਾਨਕੀ ਦੀਆਂ ਧਾਹਾਂ ਨਿਕਲ ਗਈਆਂ ਸੀ, ਰੋ ਪਏ ਸੀ ਉਸ ਵੇਲੇ, ਫੁੱਟ ਫੁੱਟ ਕੇ ਰੋਏ। ਅੱਜ ਕੋਈ ਸਹਾਰਾ ਦਿਸਦਾ ਨਹੀਂ। ਚੌਪਈ ਕਿਹ ਆਧਾਰ ਇਹ ਦੋ ਬਾਲਕ, ਹਮ ਕਰ ਚਲਵੇ ਹੈ ਪ੍ਰਤਪਾਲਕ। ਸੱਸ ਚੰਦੋ ਰਾਣੀ ਸਤਿਗੁਰਾਂ ਦੀ ਆਖਣ ਲੱਗੀ, ਧੀ ਸ਼ਬਦ ਵਰਤ ਕੇ ਨਾਨਕੀ ਆ ਦੋ ਛੋਟੇ ਛੋਟੇ ਬੱਚੇ ਨੇ, ਸ੍ਰੀ ਚੰਦ ਤੇ ਲਖਮੀ ਦਾਸ, ਦੱਸ ਕਿਹਦੇ ਸਹਾਰੇ ਰਹਿਣਗੇ? ਕਮ ਸੇ ਕਮ ਸਾਡੇ ਘਰ ਜਾਣਗੇ, ਨਾਨਾ ਨਾਨੀ ਜੀ ਕੋਲ ਰਹਿਣਗੇ, ਕੋਈ ਤੇ ਸਹਾਰਾ ਹੋਏਗਾ, ਕੋਈ ਤੇ ਆਸਰਾ ਹੋਏਗਾ, ਪਿਆਰ ਮਿਲੂਗਾ, ਖੁਸ਼ ਰਹਿਣਗੇ, ਚੰਗੀ ਪਰਵਰਿਸ਼ ਹੋਏਗੀ। ਇੱਥੇ ਤੇ ਸਾਡੀ ਧੀ ਦੁਖੀ ਹੈ ਤੇ ਬੱਚੇ ਕਿੱਥੋਂ ਸੁਖੀ ਹੋਣਗੇ? ਜਿਨ੍ਹਾਂ ਬੱਚਿਆਂ ਦੀ ਮਾਂ ਦੁਖੀ ਹੋਵੇ ਤੇ ਬੱਚਿਆਂ ਦੀ ਜ਼ਿੰਦਗੀ ਕੀ ਹੁੰਦੀ ਹੈ? ਇਹਨਾਂ ਬਚਨਾਂ ਨੇ ਸਤਿਗੁਰਾਂ ਦੇ ਭੈਣ ਜੀ ਨੂੰ ਤੋੜ ਕੇ ਰੱਖ ਦਿੱਤਾ ਸੀ ਅੰਦਰੋਂ। ਬੜੇ ਤਾਨੇ ਮਿਹਣੇ ਝੱਲੇ, ਪਰ ਅੱਜ ਘਰ ਟੁੱਟਣ ਤੇ ਆ ਗਿਆ ਹੈ, ਅੱਜ ਪਰਿਵਾਰ ਬਿਖਰਨ ਤੇ ਆ ਗਿਆ ਹੈ, ਖੇਰੂ ਖੇਰੂ ਹੋਣ ਲੱਗਿਆ ਹੈ। ਕੋਈ ਉਦੋਂ ਵੱਡੇ ਵੱਡੇ ਟੁੱਟ ਜਾਂਦੇ ਆ। ਇੰਨਾ ਫਿਕਰ ਅੰਦਰੋਂ ਹੋਇਆ, ਆਪ ਮੁਹਾਰੇ ਰੋਂਦੇ ਨੇ, ਜੈ ਰਾਮ ਕੋਲ ਖੜੇ ਤੇ ਬੋਲਿਆ ਨਹੀਂ ਜਾਂਦਾ। ਕੀ ਕਰਨਾ, ਕੀ ਬੋਲਣਾ? ਇੰਨੇ ਬਾਬੂ ਸੀ, ਮੈਂ ਕਿਵੇਂ ਰੋਕਾਂ ਇਹਨਾਂ ਨੂੰ? ਮਾਂ ਬਾਪ ਆਪਣੀ ਥਾਂ ਤੇ ਠੀਕ ਨੇ, ਮੂਲ ਚੰਦ ਜੋ ਫੈਸਲਾ ਲੈ ਰਹੇ ਨੇ ਉਹ ਆਪਣੀ ਥਾਂ ਸਹੀ ਨੇ, ਵੀ ਜਦੋਂ ਇਹਨਾਂ ਦੇ ਪਤੀ ਨੇ ਘਰ-ਬਾਰ ਛੱਡ ਹੀ ਦਿੱਤਾ ਨਾ, 6-6 ਮਹੀਨੇ ਨਹੀਂ ਆਉਂਦੇ, ਕਦੇ ਮਸਾਣਾ 'ਚ ਬੈਠੇ ਆ, ਅੱਜ ਜੰਗਲਾਂ 'ਚ ਬੈਠੇ ਆ, ਫਿਰ ਇਹਨਾਂ ਬੱਚਿਆਂ ਦਾ ਭਵਿੱਖ ਥੋੜੀ ਹੈ। ਕਹਿੰਦੇ ਅਸੀਂ ਹੁਣ ਜੋ ਮਰਜ਼ੀ ਹੋ ਜੇ, ਆਪਣੇ ਇਹਨਾਂ ਬੱਚਿਆਂ ਨੂੰ ਇੱਥੇ ਨਹੀਂ ਛੱਡਣਾ, ਅੱਜ ਨਾਲ ਹੀ ਲੈ ਕੇ ਜਾਣਾ ਏ। ਸੁਰਤ ਸੰਭਾਰੇ ਕਰੇ ਕਮਾਈ, ਦੇਹ ਅਨਕ
ਬਿਦ ਸੁਖ ਨਿਜ ਕਹਿੰਦੇ ਮਾਏ। ਕੀ ਹੋਇਆ ਜੇ ਪਤੀ ਨੇ ਪਤਨੀ ਦਾ ਸਾਥ ਨਹੀਂ ਦਿੱਤਾ, ਬੱਚੇ ਹੌਲੀ ਹੌਲੀ ਸੁਰਤ ਸੰਭਾਲਣਗੇ, ਕਮਾਈਆਂ ਕਰਨਗੇ, ਆਪਣੀ ਮਾਂ ਦੇ ਦੁੱਖਾਂ ਦੇ ਸਾਥੀ ਬਣ ਜਾਣਗੇ। ਜਦ ਇਹ ਗੱਲ ਆਖੀ ਨਾ ਚੰਦੋ ਰਾਣੀ ਤੇ ਮੂਲ ਚੰਦ ਨੇ ਰੋ ਕੇ ਆਖੀ ਸੀ ਖੁਸ਼ੀ ਨਾਲ ਹੀ, ਵੀ ਜਦੋਂ ਪਿਤਾ ਕੰਮ ਨਾ ਆਵੇ ਫਿਰ ਮਾਂ ਦਾ ਸਹਾਰਾ ਉਹਦਾ ਪੁੱਤ ਹੁੰਦਾ ਹੈ, ਉਹਦੀ ਧੀ ਹੁੰਦੀ ਹੈ। ਤੇ ਜੇ ਧੀ ਪੁੱਤ ਹੀ ਨਿਕੰਮੇ ਹੋਣ ਤੇ ਜ਼ਿੰਦਗੀ ਨਹੀਂ ਹੁੰਦੀ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ, ਉਹਨਾਂ ਵੱਲ ਉਂਗਲ ਕਰਕੇ ਨਾਨਾ ਨਾਨੀ ਆਖਦੇ ਨੇ ਇਹ ਬੱਚੇ ਆਪਣੀ ਮਾਂ ਦੇ ਸਹਾਰੇ ਬਣਨਗੇ। ਜਿੱਦਣ ਪੁੱਤ ਕਮਾਉਣ ਲੱਗ ਜਾਂਦਾ ਨਾ, ਪਤੀ ਜਿਹੋ ਜਿਹਾ ਮਰਜ਼ੀ ਹੋਵੇ, ਮਾਂ ਨੂੰ ਫਿਕਰ ਨਹੀਂ ਹੁੰਦਾ। ਉਹ ਆਖਦੀ ਮੈਂ ਪੁੱਤ ਦੇ ਸਿਰ ਤੇ ਉੱਡਦੀ ਫਿਰਦੀ, ਮੇਰਾ ਪੁੱਤ ਰੱਬ ਉਹਨੂੰ ਉਮਰ ਲੰਬੀ ਲਾਵੇ, ਲੰਬੀ ਕਰ ਦੇਵੇ। ਜਿਹਨੇ ਮੈਨੂੰ ਪਤੀ ਦੇ ਦੁੱਖਾਂ ਨੂੰ ਵਿਸਾਰ ਦਿੱਤਾ ਏ, ਹਰ ਮਾਂ ਉਹ ਸੁਹਾਵਣੀ ਭਾਗਾਂ ਵਾਲੀ ਹੁੰਦੀ ਹੈ। ਇਸੇ ਕਰਕੇ ਚੰਦੋ ਰਾਣੀ ਕਹਿੰਦੀ ਮੇਰੀ ਧੀ ਕਮ ਸੇ ਕਮ ਬੱਚਿਆਂ ਦੇ ਉਡਾਰ ਹੋਣ ਤੋਂ ਸੁੱਖ ਦਾ ਸਾਹ ਤੇ ਲੈ ਲੂਗੀ। ਜਦੋਂ ਬੱਚੇ ਕਮਾ ਕੇ ਲੈ ਕੇ ਆਉਣਗੇ, ਲਿਆ ਕੇ ਕਮਾਈ ਮਾਂ ਦੇ ਹੱਥ ਤੇ ਰੱਖਣਗੇ, ਸੱਚੀ ਉਦੋਂ ਮਾਂ ਆਪਣੇ ਪਤੀ ਦੇ ਦੁੱਖਾਂ ਨੂੰ ਭੁੱਲ ਜਾਂਦੀ ਹੁੰਦੀ ਹੈ, ਵਿਸਾਰ ਜਾਂਦੀ ਹੈ। ਪੜੀਆਂ ਔਰਤਾਂ ਦੇ ਜੱਗ ਤੇ ਜਿਨ੍ਹਾਂ ਦੇ ਪਤੀ ਤੁਰ ਜਾਂਦੇ ਨੇ, ਬੱਚੇ ਸਹਾਰੇ ਬਣ ਜਾਂਦੇ ਨੇ, ਬੱਚੇ ਸਹਾਰੇ ਹੁੰਦੇ ਆ। ਇਸੇ ਲਈ ਬੱਚਿਆਂ ਨੂੰ ਪਾਲੀ ਦਾ, ਇਸੇ ਲਈ ਬੰਦਾ ਪਿਆਰ ਕਰਦਾ ਹੈ ਵੀ ਮਾੜੇ ਸਮੇਂ ਤੇ ਸਾਡੇ ਧੀ ਪੁੱਤ ਸਾਡੇ ਲਈ ਚਟਾਨਾਂ ਬਣ ਕੇ ਖੜਨ, ਤੇ ਖੜਦੇ ਵੀ ਆ। ਕਿਉਂਕਿ ਬੱਚਿਆਂ ਦਾ ਫਰਜ਼ ਹੁੰਦਾ ਹੈ ਮਾਪਿਆਂ ਦੀ ਸੇਵਾ ਕਰਨਾ। ਜਿਨ੍ਹਾਂ ਮਾਪਿਆਂ ਨੇ ਗਿੱਲੀਆਂ ਸੁੱਕੀਆਂ ਥਾਵਾਂ ਤੇ ਪੈ ਕੇ ਪਾਲਿਆ, ਦੁੱਖ ਝੱਲ ਕੇ ਭੁੱਖ ਝੱਲ ਕੇ ਪੜ੍ਹਾਇਆ ਲਿਖਾਇਆ, ਇੰਨੇ ਜੋਗਾ ਕੀਤਾ, ਜੀ ਅੱਜ ਉਹ ਵੀ ਸਾਰ ਨਾ ਪੁੱਛਣ ਤੇ ਫਿਰ ਲੈਣਾ ਕੀ ਹੈ, ਫਿਰ ਕੌਣ ਹੈ? ਜਗਤ ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣ ਰਹੇ ਨੇ, ਬੈਠੇ ਜੰਗਲ ਵਿੱਚ, ਸਭ ਪਤਾ ਉਹਨਾਂ ਨੂੰ। ਇੱਕ ਵਾਰ ਵੀ ਫੁਰਨਾ ਨਹੀਂ ਆਇਆ, ਘਰੇ ਚਲੀਏ ਜਾ ਕੇ ਕਹਿ ਹੀ ਦਈਏ। ਜੇ ਸਤਿਗੁਰ ਇੱਕ ਵਾਰ ਕਹਿਣ ਆ ਕੇ ਵੀ ਕਿਸੇ ਨੇ ਕਿਤੇ ਨਹੀਂ ਜਾਣਾ, ਅਸੀਂ ਘਰ ਰਹਾਂਗੇ, ਇਹੀ ਤੇ ਚਾਹੁੰਦੇ ਸੀ ਪਰਿਵਾਰ ਵੀ ਗੁਰੂ ਸਾਹਿਬ ਘਰੇ ਰਹਿਣ, ਪਰ ਬੇਪਰਵਾਹ ਸਦਾ ਰੰਗ ਹਰ ਕੈ ਤਾਕੋ ਆਖ ਸੁਆਮੀ। ਉਹ ਸੱਜਣ ਪਿਆਰਾ ਆਪਣੇ ਰੰਗਾਂ ਦੇ ਵਿੱਚ ਹੈ। ਕਹਿੰਦੇ ਘਰ ਦੀ ਹਾਲਤ ਬਦ ਤੋਂ ਬਦਤਰ ਹੋ ਗਈ। ਭਨੈ ਨਾਨਕੀ ਮਾਸੀ ਸੁਣੀਏ, ਤੂੰ ਸਿਆਣੀ ਨਿਜ ਮਨ ਮੇ ਗੁਣੀਏ। ਭਾਈ ਸੰਤੋਖ ਸਿੰਘ ਲਿਖਦੇ ਨੇ ਭੈਣ ਨਾਨਕੀ ਨੇ ਸਾਰੀ ਜ਼ਿੰਦਗੀ ਕਦੇ ਕਿਸੇ ਦੀਆਂ ਮਿੰਨਤਾਂ ਨਹੀਂ ਸੀ ਕੀਤੀਆਂ, ਅੱਜ ਕਰਨੀਆਂ ਪਈਆਂ। ਹਾੜੇ ਕੱਢੇ, ਹੱਥ ਜੋੜ ਕੇ ਕਹਿੰਦੇ ਆ ਮਾਸੀ ਤੂੰ ਤੇ ਸਿਆਣੀ ਐ, ਤੂੰ ਤੇ ਸੁਣ ਲੈ, ਜੇ ਤੇਰੀ ਧੀ ਜਿੱਦ ਕਰਦੀ ਐ ਜਾਣ ਦੀ, ਮੈਂ ਇੱਥੇ ਨਹੀਂ ਰਹਿਣਾ, ਇਹ ਤੇ ਨਿਆਣੀ ਐ, ਤੂੰ ਤੇ ਉਮਰ ਹੰਢਾਈ ਐ, ਤੈਨੂੰ ਤੇ ਪਤਾ ਹੈ ਆਪਣਾ ਘਰ ਆਪਣਾ ਹੁੰਦਾ, ਮਾਪਿਆਂ ਦੇ ਘਰਾਂ ਵਿੱਚ ਵੀ ਕੀ ਆ ਵਿਆਹ ਤੋਂ ਬਾਅਦ। ਮਿੰਨਤਾਂ ਕਰਦੇ ਮਾਸੀ ਤਰਸ ਕਰ, ਥੋੜਾ ਸੋਚ ਲੈ, ਸਮਝ ਲੈ, ਗੁੱਸੇ ਵਿੱਚ ਫੈਸਲਾ ਕਰਨਾ। ਭਰਾਤ ਪਰਮੇਸ਼ਰ ਸਮਰੂਪਾ, ਜਿਹ ਕੇ ਕਰਤਵ ਜਗਤ ਅਨੂਪਾ। ਆ ਜਿੰਨਾ ਕੁਝ ਤੁਸੀਂ ਕਰ ਰਹੇ ਹੋ ਸਿਰਫ ਮੇਰੇ ਵੀਰ ਉੱਤੇ ਦੋਸ਼ ਸ਼ਾਇਦ ਕੀਤੇ ਜਾ ਰਹੇ ਨੇ, ਦੋਸ਼ ਹੀ ਨੇ। ਜਦੋਂ ਕਹਿੰਦੇ ਆ ਚੱਲ ਪੁੱਤ ਤੂੰ ਪੇਕੇ ਚੱਲ ਆ, ਇੱਥੇ ਕੁਛ ਨਹੀਂ ਹੈ, ਤੇਰਾ ਕੋਈ ਸਹਾਰਾ ਨਹੀਂ। ਇਹ ਤੋਂ ਭਾਵ ਕੀ ਹੈ? ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਟਹਿਰੇ ਵਿੱਚ ਖੜਾ ਕਰਦੇ ਆ ਵੀ ਉਹ ਤੁਹਾਨੂੰ ਪਾਲ ਨਹੀਂ ਸਕਦੇ, ਸੰਭਾਲ ਨਹੀਂ ਸਕਦੇ। ਤੇ ਫਿਰ ਉਹ ਗੱਲ ਦਾ ਜਵਾਬ ਦੇ ਰਹੇ ਨੇ, ਮਾਸੀ ਮੇਰਾ ਵੀਰ ਪਰਮੇਸ਼ਵਰ ਹੈ, ਪਿਆਰਾ ਹੈ, ਪਰਮਾਤਮਾ ਦਾ ਰੂਪ ਹੈ, ਤੁਸੀਂ ਭਰਮ ਚ ਨਾ ਆਓ, ਉਹਨਾਂ ਨੂੰ ਸਮਝ ਕੇ ਦੇਖ ਲਓ। ਤੁਸੀਂ ਤੇ ਦੁਨਿਆਵੀ ਪੱਧਰ ਤੇ ਖੜੇ ਹੋ ਵੀ ਜੇ ਉਹ ਸਾਧ ਬਣ ਕੇ ਤੁਰੇ ਫਿਰਦੇ ਆ, ਹੋ ਸਕਦਾ ਕਿਸੇ ਰੰਗ ਵਿੱਚ ਹੋਣ, ਸਮਾਏਗਾ ਘਰ ਆ ਜਾਣਗੇ। ਕਾਲੀ ਨਾ ਕਰੋ, ਜਲਦਬਾਜ਼ੀ ਨਾ ਕਰੋ, ਉਹਨਾਂ ਨੂੰ ਸੰਸਾਰੀ ਵਿਅਕਤੀ ਜਾਣੋ ਨਾ। ਮਾਨਵ ਕੀ ਨਾ ਕਰਮ ਹੈ ਐਸੇ, ਕਰਤ ਅਲੌਕਿਕ ਬੋ ਬਿਦ ਜੈਸੇ। ਨਾਲੇ ਉਹਨਾਂ ਕੋਲ ਕੋਈ ਮਨੁੱਖਾਂ ਵਾਲੇ ਕਰਮ ਤੇ ਹੈ ਨਹੀਂ, ਉਹ ਅਲੌਕਿਕ ਖੇਡਾਂ ਉਹਨਾਂ ਦੀਆਂ। ਨਾ ਕਰੋ ਗਿਲਾ ਸ਼ਿਕਵਾ, ਨਾ ਕਰੋ ਜਲਦਬਾਜ਼ੀ ਦੇ ਫੈਸਲੇ। ਤੇ ਫਿਰ ਭੈਣ ਨਾਨਕੀ ਭੱਜ ਕੇ ਆਪਣੀ ਭਰਜਾਈ ਕੋਲ ਆਈ, ਗਲ ਲਾ ਕੇ ਕਹਿੰਦੀ ਭੈਣਾ ਵਰਗੀ ਭਰਜਾਈਏ, ਸਾਥੋਂ ਕੀ ਗਲਤੀ ਹੋ ਗਈ, ਕਿਉਂ ਇੰਨਾ ਪਿਆਰਾ ਘਰ ਛੱਡ ਕੇ ਚੱਲੇ ਹੋ? ਜ਼ਿੰਦਗੀ ਭਰ ਤੁਹਾਡਾ ਖਿਆਲ ਰੱਖਾਂਗੇ, ਤੁਹਾਡਾ ਪਰਛਾਵਾਂ ਬਣ ਕੇ ਰਵਾਂਗੇ। ਮੇਰਾ ਵੀਰ ਘਰ ਆਵੇ ਨਾ ਆਵੇ, ਪਰ ਤੁਹਾਨੂੰ ਕਮੀ ਨਹੀਂ ਕੋਈ ਹੋਊਗੀ। ਕੋਸ਼ਿਸ਼ ਕਰਾਂਗੇ ਸਤਿਗੁਰ ਘਰੇ ਆਉਣ। ਤੇ ਉਸ ਵੇਲੇ ਨਾ ਫਿਰ ਮਾਤਾ ਸੁਲੱਖਣੀ ਵੀ ਰੋਏ ਗਾਉਣ ਲੱਗ ਪਈ। ਹੀਰਾ ਚਿੱਤ ਕਰਦਾ ਸੀ ਹੱਸਦਾ ਵਸਦਾ ਘਰ ਛੱਡ ਕੇ ਜਾਣ,
ਉਹ ਵੀ ਸਮਾਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਘਰ 'ਚ ਰਹਿੰਦੇ ਹੁੰਦੇ ਸੀ। ਭਾਈ ਬਾਲਾ ਜੀ ਵੀ ਸਤਿਗੁਰਾਂ ਦੇ ਨਾਲ ਨਾਲ ਮੋਦੀ ਖਾਨਾ ਚਲਾਉਂਦੇ ਸੀ। ਕਦੇ ਕਿਸੇ ਨੇ ਸੋਚਿਆ ਸੀ, ਦਿਲ 'ਚ ਖਿਆਲ ਆਇਆ ਸੀ ਆ ਦਿਨ ਵੀ ਆਉਣਗੇ, ਕਦੇ ਆਹ ਕੁਝ ਵੀ ਹੋ ਜਾਊਗਾ। ਭੈਣ ਨਾਨਕੀ ਰੋ ਰੋ ਕੇ ਮਿੰਨਤਾਂ ਕਰਦੇ ਆ, ਕਦੇ ਆਪਣੀ ਭਰਜਾਈ ਦੀਆਂ ਕਦੇ ਮਾਸੀ ਦੀਆਂ, ਸੱਚੀ ਸੁਣਾਉਂਦਿਆਂ ਬੜਾ ਦੁੱਖ ਲੱਗਦਾ। ਕੈਸੀ ਹਾਲਤ ਹੋਈ ਅੱਜ ਆਪਣੇ ਘਰ ਵਿੱਚ ਮੁਖਾਜ ਨੇ, ਮਿੰਨਤਾਂ ਕਰਦੇ ਨੇ, ਤਰਲੇ ਕਰਦੇ ਨੇ, ਉਹ ਇਹ ਵੀ ਕੋਸ਼ਿਸ਼ ਕਰਦੇ ਨੇ ਇਹ ਇਲਜ਼ਾਮ ਮੇਰੇ ਵੀਰ ਤੇ ਨਾ ਆਵੇ। ਮਾਸੀ ਸਮਝੋ ਗੁਰੂ ਨਾਨਕ ਆਪ ਨਹੀਂ ਨੇ ਹੋਏ, ਉਹ ਸੰਸਾਰੀ ਨਹੀਂ ਨੇ। ਅੱਜ ਸਾਡੇ ਮਾਤਾ ਸੁਲੱਖਣੀ ਜੀ ਘਰ ਛੱਡ ਕੇ ਜਾਂਦੇ ਆ, ਲੋਕੀ ਕਹਿਣਗੇ ਨਾਨਕ ਤੋਂ ਘਰ ਨਹੀਂ ਸੰਭਾਲਿਆ ਗਿਆ, ਉਹਦਾ ਘਰ ਟੁੱਟ ਗਿਆ ਉਹਦੇ ਫਕੀਰ ਪੁਣੇ ਕਰਕੇ। ਆਹ ਗੱਲਾਂ ਨਹੀਂ ਸੀ ਜੈ ਰਾਮ ਜੀ ਤੋਂ ਚੱਲ ਹੋਣਗੀਆਂ, ਜਿਉਂਦਿਆਂ ਮਾਰ ਦੇਣਗੀਆਂ। ਹੁਣ ਜੈ ਰਾਮ ਵੀ ਦੁਖੀ ਨੇ, ਪਹਿਲੀ ਵਾਰ ਭੈਣ ਨਾਨਕੀ ਅੱਜ ਦੁਖੀ ਹੋਏ ਨੇ, ਪਹਿਲੀ ਵਾਰ ਹੋਏ ਨੇ। ਨਹੀਂ ਜਦੋਂ ਦੁਨੀਆ ਵੀ ਕਹਿੰਦੀ ਸੀ ਨਾ ਡੁੱਬ ਗਿਆ, ਕਹਿੰਦੇ ਨਾ ਮੇਰਾ ਵੀਰ ਨਹੀਂ ਡੁੱਬਦਾ। ਜਦ ਗੱਲ ਵੀਰ ਤੇ ਆਈ ਪਰਵਾਹ ਕੋਈ ਨਹੀਂ ਸੀ, ਅੱਜ ਗੱਲ ਭਰਜਾਈ ਤੇ ਆ ਗਈ ਹੈ, ਸੱਸ ਸਹੁਰੇ ਤੇ ਆ ਗਈ ਹੈ। ਉਹਨਾਂ ਦੇ ਗੁਰੂ ਨਾਨਕ ਸਾਹਿਬ ਉਹ ਤਾਂ ਦੁਖੀ ਵੀ ਇਹਨਾਂ ਨੂੰ ਕੌਣ ਸਮਝਾਵੇ, ਇਹਨਾਂ ਨੂੰ ਕੌਣ ਮਨਾਵੇ, ਇਹ ਆਪਣੀ ਮਰਜ਼ੀ ਕਰਨਗੇ। ਸੋ ਸਮਾਂ ਸਮਾਪਤ ਹੈ, ਜਿਵੇਂ ਕੁਝ ਹੋਏਗਾ। ਕਿਉਂਕਿ ਇਸ ਵੇਲੇ ਘਰ ਦੀ ਹਾਲਤ ਬੜੇ ਮਾੜੇ ਮੋੜ ਤੇ ਹੈ। ਜੈ ਰਾਮ ਚੁੱਪ ਖੜੇ ਆ, ਭੈਣ ਨਾਨਕੀ ਮਿੰਨਤਾਂ ਕਰਦੇ ਨਾਲ ਲੈ ਕੇ ਜਾਓ। ਮੂਲ ਚੰਦ ਤੇ ਚੰਦੋ ਰਾਣੀ ਜੀ ਨੇ ਠਾਣ ਲਈ ਹੈ, ਅਸੀਂ ਆਪਣੀ ਧੀ ਨੂੰ ਇੱਕ ਪਲ ਵੀ ਇਸ ਘਰ ਵਿੱਚ ਛੱਡ ਕੇ ਨਹੀਂ ਜਾਵਾਂਗੇ। ਕੀ ਹੋਏਗਾ? ਸਤਿਗੁਰਾਂ ਦੀ ਕਿਰਪਾ ਦੇ ਨਾਲ ਕੱਲ ਦੇ ਦੀਵਾਨਾਂ ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।